हाँ जी स्टूडेंट्स, वेलकम करदा तुहाडा दूर स्टडी क्लास यूट्यूब चैनल दे विच। इस वीडियो दे विच स्टूडेंट्स आपां 12th क्लास स्टूडेंट्स लई फिजिकल एजुकेशन दी जिहड़ी कि सरीरक सिक्ख्या ते खेडां दे क्विक रिवीजन दे लई आपां इस वीडियो दे विच 6 तो 7 मॉडल टेस्ट पेपर करांगे। सो ऑलरेडी आपां 8 मॉडल टेस्ट पेपर चैनल ते अपलोड कर चुके हैं, उन्होंने जरूर वॉच कर लो। हुण आपां इस वीडियो विच 7 तो 6-7 मॉडल टेस्ट पेपर सॉल्व करांगे। सब तो पहलां आपां सारिआं दे छोटे क्वेश्चन, फिर 2 मार्क्स वाले, 3 मार्क्स वाले, फिर आपां 5 मार्क्स वाले करांगे। हाँ जी, फस्ट है ठंडा करन तो की भाव। ਤਾਂ ਠੰਡਾ ਕਰਨ ਤੋਂ ਭਾਵ ਈਡੀ ਆਪਸ਼ਨ ਸਰੀਰ ਦੇ ਤਾਪਮਾਨ ਤੇ ਕਾਰਜ ਪ੍ਰਣਾਲੀ ਨੂੰ ਸਹੀ ਢੰਗ ਦੇ ਨਾਲ ਸਧਾਰਨ ਹਾਲਤ ਦੇ ਵਿੱਚ ਲਿਆਉਣਾ। ਭਾਰਤ ਵਿੱਚ ਸਰੀਰਕ ਸਿੱਖਿਆ ਨੂੰ ਵਿਸ਼ੇ ਵਜੋਂ ਸ਼ੁਰੂਆਤ ਕਿਸ ਨੇ ਕੀਤੀ? ਤਾਂ ਹੈਰੀ ਕਰੋਬਕ ਨੇ। ਭਾਰਤ ਵਿੱਚ ਸਰੀਰਕ ਸਿੱਖਿਆ ਨੂੰ ਵਿਸ਼ੇ ਵਜੋਂ ਸ਼ੁਰੂਆਤ ਹੈਰੀ ਕਰੋਬਕ ਨੇ ਕੀਤੀ ਸੀ 1920 ਤੋਂ ਬਾਅਦ। ਤੇ ਭਾਰਤ ਵਿੱਚ ਸਰੀਰਕ ਸਿੱਖਿਆ ਦਾ ਪਿਤਾਮਾ ਹੈਰੀ ਕਰੋਬਕ ਨੂੰ ਕਿਹਾ ਜਾਂਦਾ ਹੈ, HC ਬਕ। ਸਰੀਰਕ ਸਿੱਖਿਆ ਦਾ ਪਿਤਾਮਾ ਸਰੀਰਕ ਸਿੱਖਿਆ ਦਾ ਪਿਤਾਮਾ HC ਬਕ ਨੂੰ ਕਿਹਾ ਜਾਂਦਾ, HC ਬਕ, ਹੈਰੀ ਕਰੋਬਕ। ਤੇ ਜੇ ਕੁਐਸਚਨ ਆ ਜੇ ਕਿ ਮਨੋਵਿਗਿਆਨ ਦਾ ਪਿਤਾਮਾ, ਫਿਰ ਆਊਗਾ ਸਿਗਮੰਡ ਫਰਾਇਡ। ਮਨੋਵਿਗਿਆਨ ਦਾ ਪਿਤਾਮਾ ਸਿਗਮੰਡ ਫਰਾਇਡ। ਤੇ ਹੁਣ ਇੱਥੇ ਪੁੱਛਿਆ ਹੋਇਆ ਸਰੀਰਕ ਸਿੱਖਿਆ ਦਾ ਪਿਤਾਮਾ, ਸਰੀਰਕ ਸਿੱਖਿਆ ਦੇ ਵਿਸ਼ੇ ਵਜੋਂ ਸ਼ੁਰੂਆਤ ਹੈਰੀ ਕਰੋਬਕ ਨੇ। ਸਰੀਰਕ ਸਿੱਖਿਆ ਦਾ ਪਿਤਾਮਾ ਹੈਰੀ ਕਰੋਬਕ। ਤੇ ਇੱਕ ਸਿੱਖਣ ਦਾ ਸਿਧਾਂਤ ਕਿਹਨੇ ਦਿੱਤਾ? ਤਾਂ ਥੌਰਨਡਾਈਕ ਨੇ, ਥੌਰਨਡਾਈਕ, ਠੀਕ ਹੈ। ਤੇ ਜੇ ਕੁਐਸਚਨ ਆ ਜੇ ਆਧੁਨਿਕ ਓਲੰਪਿਕ ਖੇਡਾਂ ਦਾ ਜਨਮਦਾਤਾ, ਆਧੁਨਿਕ ਓਲੰਪਿਕ ਖੇਡਾਂ ਦਾ, ਤਾਂ ਵੈਰਨ ਡੀ ਕੁਬਰਟਨ। ਤੇ ਆਧੁਨਿਕ ਓਲੰਪਿਕ ਖੇਡਾਂ 1896 'ਚ। ਵੈਸੇ ਜਿਹੜੇ ਕਿ ਓਲੰਪਿਕ ਖੇਡਾਂ ਦੀ ਸ਼ੁਰੂਆਤ 1776 BC ਦੇ ਵਿੱਚ ਯੂਨਾਨ ਦੇ ਐਥਨਸ ਦੇ ਵਿੱਚ ਹੋਈ ਸੀ, ਯੂਨਾਨ ਦੇ ਐਥਨਸ ਸ਼ਹਿਰ ਦੇ ਵਿੱਚ। ਹਾਂਜੀ, ਅੱਗੇ ਮੁੱਢਲੀ ਸਹਾਇਤਾ ਤੋਂ ਕੀ ਭਾਵ? ਉਪਰੋਕਤ ਸਾਰੇ ਆ ਜਾਣਗੇ। ਜ਼ਖਮ ਦੇ ਚੰਗੀ ਤਰ੍ਹਾਂ ਠੀਕ ਹੋਣ ਤੱਕ ਰੋਜ਼ਾਨਾ ਪੱਟੀ ਬਦਲਣੀ ਚਾਹੀਦੀ ਹੈ। ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ। ਜ਼ਖਮ ਨੂੰ ਦਵਾਈ ਲਗਾ ਕੇ ਸਾਫ਼ ਪੱਟੀ ਬਣਨੀ ਚਾਹੀਦੀ ਹੈ। ਨੈਕਸਟ ਆ ਆਲ ਇੰਡੀਆ ਵੂਮੈਨਸ ਕਾਨਫਰੰਸ ਦੀ ਸਥਾਪਨਾ ਕਿਹੜੇ ਸਾਲ ਦੇ ਵਿੱਚ ਕੀਤੀ ਗਈ ਸੀ? ਤਾਂ 1926 ਦੇ ਵਿੱਚ ਕੀਤੀ ਗਈ ਸੀ। ਤੇ ਅੱਗੇ ਹੈਗਾ ਸਮਾਜਿਕ ਪਰਸਪਰ ਕਿਸ ਗੁਣਾਂ ਦੇ ਨਿਰਮਾਣ ਦੇ ਵਿੱਚ ਮਦਦ ਕਰਦਾ? ਤਾਂ ਦੋਵੇਂ, ਨੈਤਿਕਵਾਦ ਅਤੇ ਚਰਿੱਤਰ ਨਿਰਮਾਣ ਦੇ ਵਿੱਚ। ਅੱਗੇ ਮੈਚਿੰਗ ਸਖਤ ਤੰਤੂਆਂ ਦੀ ਸੱਟ, ਜਿਹੜੇ ਕਿ ਹੱਡੀ ਦਾ ਟੁੱਟਣਾ। ਖੇਡਾਂ ਜਨਮਦਾਤਾ ਇੰਗਲੈਂਡ। ਠੰਡਾ ਕਰਨ ਦੀ ਪ੍ਰਕਿਰਿਆ 5 ਤੋਂ 15 ਮਿੰਟ। ਰੈੱਡ ਕਰਾਸ ਸੁਸਾਇਟੀ ਦੀ ਸ਼ੁਰੂਆਤ 1920। ਅੰਤਿਮ ਪੜਾਅ ਗਤੀ ਦੀ ਗੱਲ, ਗਤੀ ਸਹਿਣਸ਼ੀਲਤਾ, ਗਤੀ ਵੱਲ, ਗਤੀ ਸਹਿਣਸ਼ੀਲਤਾ। ਨੈਕਸਟ ਹੈ ਬੁੱਧੀਮਾਨਤਾ ਸਰੀਰਕ ਯੋਗਤਾ ਦਾ ਅੰਗ ਹੈ? ਤਾਂ ਬੁੱਧੀਮਾਨਤਾ ਸਰੀਰਕ ਯੋਗਤਾ ਦਾ ਅੰਗ, ਸਰੀਰਕ ਯੋਗਤਾ ਦੇ ਅੰਗ ਹੈਗੇ ਨੇ। ਤਾਂ ਸਰੀਰਕ ਯੋਗਤਾ ਦੇ 5 ਅੰਗ ਨੇ। 5 ਅੰਗ ਕਿਹੜੇ ਕਿਹੜੇ ਨੇ? ਤਾਕਤ ਹੈ, ਤਾਕਤ ਕਿਸੇ ਪ੍ਰਤਿਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਆਪਾਂ ਤਾਕਤ ਕਹਿੰਦੇ ਹਾਂ। ਤਾਕਤ 3 ਪ੍ਰਕਾਰ ਦੀ, ਠੀਕ ਹੈ। ਤਾਕਤ ਹੈਗੀ ਆ, ਤੇ ਉਸ ਤੋਂ ਬਾਅਦ ਗਤੀ ਹੈ, ਗਤੀ ਤੋਂ ਬਾਅਦ ਹੈਗਾ ਸਹਿਣਸ਼ੀਲਤਾ, ਲਚਕ 2 ਪ੍ਰਕਾਰ ਦੀ ਹੈ, ਚੁਸਤ ਤੇ ਸੁਸਤ। ਸਹਿਣਸ਼ੀਲਤਾ 3 ਪ੍ਰਕਾਰ ਦੀ ਹੈ, ਘੱਟ ਸਮੇਂ ਦੀ ਦੇਖੋ, ਤੇ ਮੱਧ ਸਮੇਂ ਦੀ, ਲੰਬੇ ਸਮੇਂ ਦੀ। ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਬਣਦੇ ਨੇ, ਕਿੰਨੇ ਤੋਂ ਸਮੇਂ, ਕਿਹੜੇ ਕਿਹੜੇ ਖੇਡਾਂ ਨੇ, ਕਿੰਨੇ ਮਿੰਟ ਤੋਂ ਕਿੰਨੇ ਮਿੰਟ ਤੱਕ ਹੈ, ਤੇ ਤਾਲਮੇਲ, ਇਹ ਨੇ। ਇੱਥੇ ਬੁੱਧੀਮਾਨਤਾ ਲਿਖਿਆ ਹੋਇਆ ਤਾਂ ਇਹ ਫਾਲਸ ਹੈ। ਅੱਗੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਦੇ ਵਿੱਚ 20 ਲੱਖ ਦੀ ਰਾਸ਼ੀ ਹੈ, ਤਾਂ ਗਲਤ ਹੈ ਕਿਉਂਕਿ 7 ਲੱਖ ਰੁਪਏ ਰਾਸ਼ੀ ਹੈ। ਤੇ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਭਾਰਤ ਦਾ ਸਭ ਤੋਂ ਵੱਡਾ ਖੇਡ ਰਤਨ ਅਵਾਰਡ ਆ। ਜਿਸ ਸੱਟ ਵਿੱਚ ਹੱਡੀ ਪੂਰੀ ਨਹੀਂ ਟੁੱਟਦੀ ਬਲਕਿ ਹੱਡੀ ਦੇ ਇੱਕ ਪਾਸੇ ਤੋਂ ਹੱਡੀ ਦਾ ਛਿਲਕਾ ਉੱਤਰ ਜਾਂਦਾ, ਕਿ ਕੱਚੀ ਰੁੱਟ ਖਾਉਂਦਾ ਹੈ? ਤਾਂ ਟਰੂ ਹੈ। ਵਾਤਾਵਰਨ ਪ੍ਰਦੂਸ਼ਿਤ ਹਵਾ ਅਤੇ ਸ਼ੋਰ ਪ੍ਰਦੂਸ਼ਣ ਨਾਲ ਹੁੰਦਾ ਹੈ, ਠੀਕ ਹੈ। ਸਿੱਖਣ ਦੇ ਵੱਖ ਵੱਖ ਨਿਯਮਾਂ ਜਨਮਦਾਤਾ ਥੌਰਨਡਾਈਕ ਹੈ, ਇਹ ਵੀ ਠੀਕ ਆ, ਥੌਰਨਡਾਈਕ ਹੈ। ਅੱਗੇ ਖਾਲਿਸਤਾਨ ਗਹਿਨ ਵਿਧੀ ਵਿੱਚ ਦਿਲ ਦੀ ਧੜਕਣ ਡੈਸ਼ ਪ੍ਰਤੀ ਮਿੰਟ ਹੋ ਜਾਂਦੀ ਹੈ? ਤਾਂ 170 ਤੋਂ 200, 170 ਤੋਂ 200 ਪ੍ਰਤੀ ਮਿੰਟ, ਅੰਤਰਾਲ ਵਿਧੀ, ਜਿਹੜੇ ਕਿ ਇਹਨਾਂ ਨੇ ਦਾ ਵਿਕਾਸ ਕੀਤਾ, ਤੇ ਇਹ ਹੈਗੀ ਆ ਭਾਰਤ ਦੇ ਮੁੜ ਪ੍ਰਾਪਤੀ ਤੇ ਸਥਾਨ 'ਤੇ ਡਿਪੈਂਡ ਕਰਦੀ ਹੈ, ਇਹ ਸਥਾਨ 'ਤੇ ਨਿਰਭਰ ਹੈ। ਤੇ ਇਹ ਜਿਹੜੇ ਕਿ
ਦਿਲ ਦੇ ਕੰਮਾਂ ਦੀ ਯੋਗਤਾ ਨੂੰ ਵਧਾਉਂਦੀ ਹੈ। ਅੰਤਰਾਲ ਵਿਧੀ ਅਤੇ ਇਹਦੇ ਵਿੱਚ ਇਹਦੇ ਨੇ ਇਹ ਪੜਾਅ ਤਰੀਕੇ ਵਿਧੀਆਂ, ਗਹਿਨ ਵਿਧੀ, ਵਿਸਥਾਰ ਵਿਧੀ। ਗਹਿਨ ਵਿਧੀ 'ਚ 80 ਤੋਂ 100% ਤੱਕ ਜ਼ੋਰ ਲਗਾਇਆ ਹੋਇਆ, ਆਪਣੀ ਪੂਰੀ ਗਤੀ ਨਾਲ ਕੰਮ ਕਰਦਾ ਇਹ। ਇਹਦੇ ਵਿੱਚ ਖਿਡਾਰੀ ਅਤੇ ਇਹਦੇ ਵਿੱਚ ਦਿਲ ਦੀ ਧੜਕਣ 170 ਤੋਂ 200 ਮੀਟਰ ਪ੍ਰਤੀ ਮਿੰਟ ਤੱਕ ਹੋ ਜਾਂਦੀ ਹੈ। ਅੱਗੇ ਆ ਵਿਸਥਾਰ ਵਿਧੀ, ਜਿਹਦੇ ਵਿੱਚ 60 ਤੋਂ 80% ਤੱਕ ਗਤੀ ਨਾਲ ਕੰਮ ਕਰਦਾ, ਦੌੜ ਲਗਾਉਂਦਾ। ਇਹਦੇ ਵਿੱਚ ਇਸ ਵਿੱਚ ਦੌੜ ਦੀ ਦੂਰੀ ਵੱਧ ਹੁੰਦੀ ਹੈ ਅਤੇ ਵੇਗ ਮੱਧ ਦਰਜੇ ਦਾ ਹੁੰਦਾ। ਇਸ ਸਿਖਲਾਈ ਦੇ ਦੌਰਾਨ ਦਿਲ ਦੀ ਧੜਕਣ 140 ਤੋਂ 180 ਹੁੰਦੀ ਹੈ। 140 ਤੋਂ 80 ਹੁੰਦੀ ਹੈ ਵਿਸਥਾਰ ਵਿਧੀ ਦੇ ਵਿੱਚ। ਅੱਗੇ ਹੈਗਾ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਡੈਸ਼ ਖਿਡਾਰੀ ਨੂੰ ਦਿੱਤਾ ਗਿਆ ਤਾਂ ਪ੍ਰਗਟ ਸਿੰਘ ਨੂੰ। ਪ੍ਰਗਟ ਸਿੰਘ ਜਿਹੜਾ ਹਾਕੀ ਦੇ ਖਿਡਾਰੀ ਸੀ, ਪ੍ਰਗਟ ਸਿੰਘ। ਤੰਤੂਆਂ ਦੇ ਆਧਾਰ 'ਤੇ ਸੱਟਾਂ ਡੈਸ਼ ਕਿਸਮ ਦੇ ਹੁੰਦੇ ਹਨ ਤਾਂ ਸਖਤ ਅਤੇ ਨਾਜ਼ੁਕ। ਨਾਜ਼ੁਕ ਅਤੇ ਸਖਤ। ਤੁਸੀਂ ਸਿੱਧਾ ਕਹਿ ਸਕਦੇ ਹੋ 2 ਪ੍ਰਕਾਰ ਦੀਆਂ, 2 ਕਿਸਮਾਂ। ਅੱਗੇ ਹੈਗਾ ਸਾਲ 1939 ਵਿੱਚ ਭਾਰਤ ਵਿੱਚ ਡੈਸ਼ ਨੂੰ ਸਥਾਪਿਤ ਕੀਤਾ ਗਿਆ ਸੀ ਤਾਂ ਭਾਰਤੀ ਟਿਊਬਰ ਕਲੋਸਿਸ। ਹਾਂਜੀ, ਨੈਕਸਟ ਹੈ ਅੱਗੇ 2 ਮਾਰਕਸ ਵਾਲੇ ਨੇ, ਆਪਾਂ ਆਨਸਰ ਬਾਅਦ 'ਚੋਂ ਕਰਦੇ ਹਾਂ। ਪਹਿਲਾਂ ਆਪਾਂ ਨੈਕਸਟ ਮਾਡਲ ਟੈਸਟ ਪੇਪਰ ਕਰ ਲਈਏ। ਖਿਡਾਰੀ ਨੂੰ ਉੱਚ ਪੱਧਰ ਦੀ ਸਿਖਲਾਈ ਦੇਣ ਨੂੰ ਕੀ ਕਹਿੰਦੇ ਨੇ ਤਾਂ ਉੱਚ ਪੱਧਰ ਦੀ ਸਿਖਲਾਈ ਦੇਣ ਨੂੰ ਟ੍ਰੇਨਿੰਗ ਸਿਖਲਾਈ ਕਹਿੰਦੇ ਨੇ। ਅਤੇ ਭਾਰਤ ਦੇ ਵਿੱਚ ਭਾਰਤ ਕਿਹੜੀਆਂ ਖੇਡਾਂ ਨੂੰ ਜਨਮਦਾਤਾ ਤਾਂ ਭਾਰਤ ਹੈਗਾ ਉਪਰੋਕਤ ਸਾਰੀਆਂ ਯੋਗਾ, ਕਬੱਡੀ, ਖੋ ਖੋ ਇਹ ਖੇਡਾਂ ਨੂੰ ਜਨਮਦਾਤਾ। ਅਤੇ ਗੇਂਦ ਖੇਡਾਂ ਦਾ ਜਨਮਦਾਤਾ ਇੰਗਲੈਂਡ ਆ। ਅਤੇ ਅਮਰੀਕਾ ਨੇ ਕਿਹੜੀਆਂ ਖੇਡਾਂ ਬਾਰੇ ਜਾਣਕਾਰੀ ਦਿੱਤੀ ਆ ਤਾਂ ਅਮਰੀਕਾ ਨੇ ਦਿੱਤੀ ਹੈ ਜਿਹੜੀ ਕਿ ਬਾਸਕਿਟਬਾਲ, ਬੇਸਬਾਲ, ਵਾਲੀਬਾਲ। ਅਤੇ ਗੇਂਦ ਖੇਡਾਂ ਦੇ ਵਿੱਚ ਕਿਹੜੀਆਂ ਜਿਹੜੀਆਂ ਇੰਗਲੈਂਡ ਦੀਆਂ ਨੇ, ਫੁੱਟਬਾਲ, ਹਾਕੀ, ਟੈਨਿਸ, ਕ੍ਰਿਕਟ। ਇਹਦੇ ਵਿੱਚ ਗੇਂਦ ਦੀ ਵਰਤੋਂ ਹੁੰਦੀ ਹੈ। ਨੈਕਸਟ ਹੈ ਖੇਡ ਦੌਰਾਨ ਖੇਡਦੇ ਸਮੇਂ ਖਿਡਾਰੀ ਨੂੰ ਜਦੋਂ ਕੋਈ ਅੰਦਰੂਨੀ ਸੱਟ ਲੱਗਦੀ ਹੈ ਤਾਂ ਉਹਨੂੰ ਕੀ ਕਹਿੰਦੇ ਆਪਾਂ? ਜਦੋਂ ਅੰਦਰੂਨੀ ਸੱਟ ਲੱਗਦੀ ਹੈ ਤਾਂ ਉਹ ਕਿਹੜੀ ਸੱਟ ਅਖਵਾਉਂਦੀ ਹੈ ਤਾਂ ਅੰਦਰੂਨੀ ਸੱਟ 'ਤੇ ਅਖਵਾਉਂਦੀ ਹੈ ਅਪਰਤੱਖ ਸੱਟ। ਅਪਰਤੱਖ ਸੱਟ ਅੰਦਰੂਨੀ ਸੱਟ 'ਤੇ। ਅਤੇ ਦੇਖੋ ਪ੍ਰਤੱਖ ਸੱਟਾਂ ਕਿਹੜੀਆਂ ਹੁੰਦੀਆਂ ਨੇ? ਖਿਡਾਰੀ ਨੂੰ ਲੱਗਣ ਵਾਲੀਆਂ ਸੱਟਾਂ ਜਿਹੜੀਆਂ ਬਾਹਰੀ ਤਾਕਤ ਦੇ ਦਬਾਅ ਦੇ ਕਾਰਨ ਜਿਹੜੀਆਂ ਲੱਗਦੀਆਂ ਨੇ ਉਹ ਸੱਟਾਂ ਪ੍ਰਤੱਖ ਸੱਟਾਂ ਹੁੰਦੀਆਂ ਨੇ। ਜਿਹੜੀਆਂ ਸੱਟਾਂ ਕਿਸੇ ਬਾਹਰੀ ਦਬਾਅ ਦੇ ਕਰਕੇ ਲੱਗਦੀਆਂ ਨੇ, ਬਾਹਰੀ ਤਾਕਤ ਕਰਕੇ ਲੱਗਦੀਆਂ ਨੇ, ਉਹ ਪ੍ਰਤੱਖ ਸੱਟਾਂ ਹੋ ਗਈਆਂ। ਅਤੇ ਜਿਵੇਂ ਕਿ ਹਾਕੀ, ਕ੍ਰਿਕਟ ਆਦਿ ਵੱਜਣ ਦੇ ਨਾਲ ਜਿਹੜੀ ਸੱਟ ਲੱਗਦੀ ਹੈ ਅਤੇ ਇਸ ਕਿਸਮ ਦੀ ਸੱਟ ਆ ਜਿਹੜੀ ਕਿ ਸਪਸ਼ਟ ਰੂਪ ਦੇ ਵਿੱਚ ਦਿਖਾਈ ਦਿੰਦੀ ਆ। ਪ੍ਰਤੱਖ ਸੱਟਾਂ ਜਿਹੜੇ ਡਾਇਰੈਕਟ ਆਪਾਂ ਨੂੰ ਦਿਖਾਈ ਦਿੰਦੀ ਹੈ। ਅਤੇ ਜਿਹੜੇ ਪ੍ਰਤੱਖ ਸੱਟਾਂ ਨੇ ਸਧਾਰਨ ਜਾਂ ਖਤਰਨਾਕ ਵੀ ਹੋ ਸਕਦੇ ਨੇ, ਜਿਵੇਂ ਹੱਡੀ ਦਾ ਟੁੱਟਣਾ ਅਤੇ ਜੋੜ ਦਾ ਉਤਰਨਾ। ਅਪਰਤੱਖ ਸੱਟਾਂ ਖੇਡ ਦੇ ਦੌਰਾਨ ਖੇਡ ਕਿਰਿਆ ਕਰਦੇ ਸਮੇਂ ਜਦੋਂ ਖਿਡਾਰੀ ਨੂੰ ਕੋਈ ਅੰਦਰੂਨੀ ਸੱਟ ਲੱਗਦੀ ਹੈ, ਅੰਦਰੂਨੀ, ਉਹਨੂੰ ਅਪਰਤੱਖ ਸੱਟਾਂ ਕਹਿੰਦੇ ਆ। ਅਤੇ ਇਹ ਸੱਟ ਦੌੜਦੇ ਸਮੇਂ ਸੰਤੁਲਨ ਵਿਗੜਨ ਦੇ ਕਾਰਨ ਜਾਂ ਖੇਡਦੇ ਸਮੇਂ ਪੈਰ ਮੁੜ ਜਾਣ ਦੇ ਕਾਰਨ, ਲੰਬੀ ਛਾਲ ਦੇ ਵਿੱਚ ਲੀਡਿੰਗ ਕਰਨ ਦੇ ਕਾਰਨ, ਇਹਨਾਂ ਦੇ ਕਰਕੇ ਜਿਹੜੇ ਕਿ ਦਬਾਅ ਪੈਣ ਦੇ ਕਾਰਨ ਇਹ ਜਿਹੜੀ ਸੱਟ ਲੱਗ ਜਾਂਦੀ ਹੈ। ਇਹਦੇ ਵਿੱਚ ਇਹ ਗਿੱਟੇ ਦੀ ਮੋਚ, ਗੁੱਟ ਦੀ ਮੋਚ, ਮੋਢੇ ਦਾ ਉਤਰਨਾ, ਇਹ ਅਪਰਤੱਖ ਸੱਟਾਂ ਦੇ ਵਿੱਚ ਆ ਜਾਂਦਾ। ਅਤੇ ਵਾਧੂ ਕੰਮ ਦੇ ਨਾਲ ਜਦੋਂ ਆਪਾਂ ਅਜਿਹੀਆਂ ਸੱਟਾਂ ਸਰੀਰ ਦੇ ਤੰਤੂਆਂ ਜਾਂ ਹੱਡੀਆਂ ਉੱਪਰ ਵੱਧ ਜਦੋਂ ਤਣਾਅ ਪੈਂਦਾ ਤਾਂ ਲੱਗਦੀਆਂ ਨੇ ਇਹ। ਬਾਕੀ ਇਹ ਵੀ ਨਾਜ਼ੁਕ ਤੰਤੂਆਂ ਦੇ ਸੱਟਾਂ ਕਿਹੜੀਆਂ ਨੇ? ਚਮੜੀ ਨੂੰ, ਬਾਹਰੀ ਚਮੜੀ ਨੂੰ ਲੱਗਣ ਵਾਲੇ ਸੱਟਾਂ ਜਿਵੇਂ ਰਗੜ ਜ਼ਖਮ, ਮਾਸਪੇਸ਼ੀਆਂ ਵਿੱਚ ਖਿਚਾਅ, ਜੋੜਾਂ ਵਿੱਚ ਖਿਚਾਅ, ਮੋਚ, ਦਰਮਿਆਨੇ ਦਰਜੇ ਦੀਆਂ ਸੱਟਾਂ, ਇਹ ਜਿਹੜੇ ਆ ਜਾਂਦੇ ਨਾਜ਼ੁਕ ਸੱਟਾਂ ਦੇ ਵਿੱਚ। ਖੇਡ ਦੇ ਮੈਦਾਨ ਦੇ ਵਿੱਚ ਖੇਡਣ ਵਾਲੀਆਂ ਸਭ ਤੋਂ ਵੱਧ ਸੱਟਾਂ ਨਾਜ਼ੁਕ ਸੱਟਾਂ ਲੱਗਦੀਆਂ ਨੇ। ਮਤਲਬ ਕਿ ਜਦੋਂ ਖੇਡਦੇ ਆਪਾਂ ਤਾਂ ਕਿਹੜੀਆਂ ਸੱਟਾਂ ਸਭ ਤੋਂ ਵੱਧ ਲੱਗਦੀਆਂ ਨੇ ਤਾਂ ਉਹ ਨਾਜ਼ੁਕ ਤੰਤੂ ਦੇ ਸੱਟਾਂ ਸਭ ਤੋਂ ਵੱਧ ਲੱਗਦੀਆਂ ਨੇ। ਅਤੇ ਸਖਤ ਤੰਤੂ ਦੀਆਂ ਖੇਡਦੇ ਸਮੇਂ ਖਿਡਾਰੀ ਨੂੰ ਲੱਗਣ ਵਾਲੇ ਕੁਛ ਗੰਭੀਰ ਆਉਂਦੀਆਂ ਨੇ ਇਹਦੇ ਵਿੱਚ ਇਹ ਹੱਡੀ ਦਾ ਟੁੱਟਣਾ, ਜੋੜ ਦਾ ਖੁੱਲ੍ਹਣਾ ਅਤੇ ਕਿਸੇ ਬਾਹਰੀ ਤੇਜ਼ ਸੱਟ ਦੇ ਕਾਰਨ ਹੱਡੀ ਨੂੰ ਨੁਕਸਾਨ ਪਹੁੰਚਦਾ ਤਾਂ ਇਹ ਜਿਹੜੀ ਕਿ ਸਖਤ ਤੰਤੂ ਵਾਲੀ ਸੱਟ ਹੁੰਦੀ ਹੈ। ਹਾਂਜੀ, ਅੱਗੇ ਹੈ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ। ਸੁਸਾਇਟੀ ਭਾਰਤ ਦੇ ਵਿੱਚ ਡੈਸ਼ ਤੋਂ ਵੱਧ ਸ਼ਾਖਾਵਾਂ ਨੇ ਤਾਂ 400 ਤੋਂ ਵੱਧ ਸ਼ਾਖਾਵਾਂ ਨੇ ਇਹਦੀਆਂ। ਅੱਗੇ ਹੈਗਾ ਇਹ ਕਿਸ ਨਿਯਮ ਦੁਆਰਾ ਦੱਸਿਆ ਗਿਆ ਕਿ ਜੇਕਰ ਸਿੱਖੇ ਹੋਏ ਗੁਣਾਂ ਨੂੰ ਕਾਫੀ ਲੰਬਾ ਸਮਾਂ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਅਤੇ ਯਾਦ ਵਿੱਚੋਂ ਨਿਕਲ ਜਾਂਦਾ ਤਾਂ ਅਭਿਆਸ ਦਾ ਨਿਯਮ। ਅਭਿਆਸ, ਪ੍ਰੈਕਟਿਸ ਹੋਣੀ ਚਾਹੀਦੀ ਆ। ਅਤੇ ਅੱਗੇ ਹੈ ਮਿਲਾਨ ਕਰਨਾ ਵਿਸੀਨੋਸਿਸ। ਵਿਸੀਨੋਸਿਸ ਕੀ ਆ? ਫੇਫੜਿਆਂ ਦੇ ਵਿੱਚ ਕੱਪੜੇ ਜਾਂ ਰੂੰ ਦੇ ਰੇਸ਼ਿਆਂ ਦੇ ਕਣ ਦਾਖਲ ਹੋ ਜਾਣਾ। ਮਤਲਬ ਕਿ ਜਦੋਂ ਕੱਪੜਿਆਂ ਜਾਂ ਰੂੰ ਦੇ ਰੇਸ਼ੇ ਜਿਹੜੇ ਕਿ ਸਰੀਰ ਦੇ ਵਿੱਚ ਦਾਖਲ ਹੋ ਜਾਣ ਉਸ ਸਮੇਂ ਕਿਹੜੀ ਬਿਮਾਰੀ ਹੁੰਦੀ ਆ? ਵਿਸੀਨੋਸਿਸ। ਅਤੇ ਕੱਚੀ ਰੁੱਟ ਕਿਹੜੀ ਹੁੰਦੀ ਆ? ਕੱਚੀ ਰੁੱਟ ਦੇ ਵਿੱਚ ਆ ਜਾਊਗਾ ਹੱਡੀ ਦਾ ਇੱਕ ਪਾਸੇ ਤੋਂ ਹੱਡੀ ਦਾ ਛਿਲਕਾ ਉਤਰ ਜਾਣਾ। ਹੱਡੀ ਦੇ ਇੱਕ ਪਾਸੇ ਤੋਂ ਹੱਡੀ ਦਾ ਛਿਲਕਾ ਉਤਰ ਜਾਣਾ। ਸਭ ਖੇਡਾਂ ਦੀ ਮਦਰ ਕਿਹੜੀ ਆ? ਜਿਮਨਾਸਟਿਕ। ਸਭ ਖੇਡਾਂ ਦੀ ਮਾਂ ਹੈ ਜਿਮਨਾਸਟਿਕ। ਅਤੇ ਜਿਮਨਾਸਟਿਕ ਜਰਮਨੀ ਦੀ ਦੇਣ ਹੈ।
ਜਿਮਨਾਸਟਿਕ ਜਰਮਨੀ। ਸਰੀਰਕ ਸਿੱਖਿਆ ਦਾ ਪਿਤਾਮਾ ਹੈਰੀ ਕਰੋਬਕ। ਅਤੇ ਆਈਸੋਟੋਨਿਕ ਕਸਰਤਾਂ ਭਰੀ ਬਾਲਟੀ ਚੁੱਕਣਾ, ਝੂਲਾ ਚੁੱਕਣਾ, ਝੂਲਾ ਝੂਲਣਾ, ਝੂਲਾ ਝੂਲਣਾ। ਅਤੇ ਅੱਗੇ ਹੈਗਾ ਸੱਟਾਂ ਦੀ ਦੇਖਭਾਲ ਦੀ ਕਮੀ ਕਾਰਨ ਖੇਡ ਪ੍ਰਦਰਸ਼ਨ ਵਿੱਚ ਕਮੀ ਨਹੀਂ ਆਉਂਦੀ ਲਿਖ ਰੱਖਿਆ, ਬਲਕਿ ਆਉਂਦੀ ਹੈ, ਤਾਂ ਇਹ ਫਾਲਸ ਹੈ। ਰਾਜੀਵ ਗਾਂਧੀ ਖੇਲ ਰਤਨ ਅਵਾਰਡ 1991-92 ਦੇ ਵਿੱਚ ਸ਼ੁਰੂ ਕੀਤਾ ਗਿਆ, ਤਾਂ ਠੀਕ ਹੈ। ਅਭਿਆਸ ਜਾਂ ਮੁਕਾਬਲੇ ਤੋਂ ਪਹਿਲਾਂ ਖਿਡਾਰੀ ਨੂੰ ਹਲਕੀਆਂ ਕਸਰਤਾਂ ਨਾਲ ਪੂਰੇ ਸਰੀਰ ਨੂੰ ਗਰਮ ਕਰਨਾ ਚਾਹੀਦਾ, ਠੀਕ ਹੈ। ਅਤੇ ਹਿੰਦ ਕੁਸ਼ਟ ਨਿਵਾਰਣ ਸੰਘ ਨਵੀਂ ਦਿੱਲੀ ਵਿੱਚ ਹੈ, ਤਾਂ ਇਹ ਵੀ ਠੀਕ ਹੈ। ਅੱਗੇ ਹੈ ਜੇਕਰ ਕੋਈ ਬੱਚਾ ਬੁਰੀ ਸੰਗਤ ਵਿੱਚ ਰਹਿੰਦਾ ਤਾਂ ਉਹ ਬੁਰੀ ਆਦਤਾਂ ਸਿੱਖ ਰਿਹਾ, ਤਾਂ ਠੀਕ ਹੈ। ਅਤੇ ਅੱਗੇ ਹੈ ਡੈਸ਼ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ ਤਾਂ ਕਿ ਵਾਧੂ ਭਾਰ ਅਭਿਆਸ ਤੋਂ ਪਹਿਲਾਂ ਤਰੋ ਤਾਜ਼ਾ ਮਹਿਸੂਸ ਕਰੇ, ਤਾਂ ਇਹਦੇ ਵਿੱਚ ਆ ਜਾਊਗਾ ਜਿਹੜੇ ਕਿ ਖੇਡ ਤੋਂ ਬਾਅਦ ਵੀ ਸਰੀਰ ਨੂੰ ਆਰਾਮ ਕਰਨਾ ਵੀ ਜ਼ਰੂਰੀ ਹੈ, ਰੈਸਟ ਕਰਨੀ ਜ਼ਰੂਰੀ ਹੈ। ਨੈਕਸਟ ਹੈ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਦੋਂ ਸ਼ੁਰੂ ਕੀਤਾ ਗਿਆ? 1978 ਲਿਖ ਰੱਖਿਆ, ਅਤੇ ਫਿੱਲੇ ਕਰਕੇ ਆ। ਅਤੇ ਪੰਜਾਬ ਦਾ ਸਭ ਤੋਂ ਵੱਡਾ ਅਵਾਰਡ ਮਹਾਰਾਜਾ ਰਣਜੀਤ ਸਿੰਘ ਅਵਾਰਡ ਆ। ਅਤੇ ਕੋਚਾਂ ਨੂੰ ਦਿੱਤਾ ਜਾਣ ਵਾਲਾ ਅਵਾਰਡ ਹੈਗਾ ਦਰੋਣਾਚਾਰੀਆ ਅਵਾਰਡ ਜਿਹੜਾ ਕੋਚਾਂ ਨੂੰ ਦਿੱਤਾ ਜਾਂਦਾ। ਅਤੇ ਇਸ ਤੋਂ ਇਲਾਵਾ ਖੇਡ ਦਿਵਸ ਕਦੋਂ ਮਨਾਇਆ ਜਾਂਦਾ? 29 ਅਗਸਤ ਨੂੰ ਜਿਹੜੇ ਖਿਡਾਰੀ ਧਿਆਨ ਚੰਦ ਦੇ ਜਨਮ ਦੇ ਦਿਨ 'ਤੇ। ਅਤੇ ਦਰੋਣਾਚਾਰੀਆ ਕੋਚਾਂ ਨੂੰ ਦਿੱਤਾ ਜਾਣ ਵਾਲਾ ਜਿਹੜਾ 1985 ਦੇ ਵਿੱਚ ਸ਼ੁਰੂ ਹੋਇਆ, 1985 ਈਸਵੀ ਦੇ ਵਿੱਚ ਸ਼ੁਰੂ ਹੋਇਆ ਦਰੋਣਾਚਾਰੀਆ। ਅਤੇ ਦਰੋਣਾਚਾਰੀਆ ਅਵਾਰਡ ਦਾ ਨਾਮ ਮਹਾਭਾਰਤ ਕਾਲ ਦੇ ਅਰਜੁਨ ਦੇ ਗੁਰੂ ਦਰੋਣਾਚਾਰਿਆ ਦੇ ਨਾਂ 'ਤੇ ਰੱਖਿਆ ਗਿਆ। ਅਤੇ ਇਹਦੇ ਵਿੱਚ ਜਿਹੜੇ ਕਿ 5 ਲੱਖ ਰੁਪਏ ਦੀ ਨਕਦ ਰਾਸ਼ੀ ਹੁੰਦੀ ਹੈ। ਅਰਜੁਨ ਅਵਾਰਡ ਭਾਰਤ ਸਰਕਾਰ ਵੱਲੋਂ ਖੇਡ ਖੇਤਰ ਦੇ ਵਿੱਚ ਦੂਜੇ ਪੱਧਰ 'ਤੇ ਜਿਹੜਾ ਸਭ ਤੋਂ ਵੱਡਾ ਅਵਾਰਡ ਹੈਗਾ ਅਰਜੁਨ ਅਵਾਰਡ, 1961 ਸ਼ੁਰੂ ਕੀਤਾ ਗਿਆ। ਇਸ ਅਵਾਰਡ ਦਾ ਨਾਮ ਮਹਾਭਾਰਤ ਦੇ ਅਰਜੁਨ ਦੇ ਨਾਂ 'ਤੇ ਰੱਖਿਆ ਗਿਆ। ਇਸ ਦੇ ਵਿੱਚ 5 ਲੱਖ ਰੁਪਏ ਦੀ ਰਾਸ਼ੀ ਹੁੰਦੀ ਹੈ। ਅਤੇ ਅਰਜੁਨ ਦੀ ਕਾਂਸੀ ਦੀ ਮੂਰਤੀ, ਇੱਕ ਸ਼ਾਲ, ਇੱਕ ਬਲੇਜ਼ਰ ਦੀ ਕਟਾਈ ਦਿੱਤੀ ਜਾਂਦੀ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ ਹੈ ਜਿਹੜੀ ਕਿ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਟਰੋਫੀ ਹੈ, 1956-57 ਦੇ ਵਿੱਚ ਸ਼ੁਰੂ ਹੋਈ। ਮੌਲਾਨਾ ਅਬੁਲ ਕਲਾਮ ਆਜ਼ਾਦ ਹੈ ਜਿਹੜੇ ਕਿ ਭਾਰਤ ਦੇ ਸਿੱਖਿਆ ਮੰਤਰੀ ਸੀ। ਅਤੇ ਇਹ ਟਰੋਫੀ ਜਿਹੜੇ ਕਿ ਚਲੰਤ ਰਨਿੰਗ ਟਰੋਫੀ ਹੈ। ਪਹਿਲੇ ਨੰਬਰ 'ਤੇ ਆਉਣ ਵਾਲੀ ਨੂੰ 20 ਲੱਖ ਰੁਪਏ ਯੂਨੀਵਰਸਿਟੀ ਨੂੰ, ਅਤੇ ਜਿਹੜੀ ਯੂਨੀਵਰਸਿਟੀ ਵਧੀਆ ਪ੍ਰਦਰਸ਼ਨ ਕਰਦੀ ਹੈ। ਦੂਜੇ ਨੰਬਰ 'ਤੇ ਆਉਣ ਵਾਲੀ ਨੂੰ 15 ਲੱਖ, ਤੀਜੇ 'ਤੇ ਆਉਣ ਵਾਲੀ ਨੂੰ 10 ਲੱਖ, ਚੌਥੇ 'ਤੇ ਆਉਣ ਵਾਲੀ ਨੂੰ 5 ਲੱਖ, ਅਤੇ ਪੰਜਵੇਂ 'ਤੇ ਆਉਣ ਵਾਲੀ ਨੂੰ 3 ਲੱਖ ਰੁਪਏ, ਅਤੇ 6ਵੇਂ ਸਥਾਨ 'ਤੇ 2 ਲੱਖ ਰੁਪਏ। ਉੱਚ ਕੋਟੀ ਤੋਂ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ। ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਸਟੇਟ ਅਵਾਰਡ 1978 'ਚ ਸ਼ੁਰੂ ਹੋਇਆ। ਅੱਗੇ ਹੈ ਡੈਸ਼ ਮਾਸਪੇਸ਼ੀਆਂ ਦੀ ਸੱਟ ਹੈ, ਤਾਂ ਮਾਸਪੇਸ਼ੀਆਂ ਦੀ ਸੱਟ ਕਿਹੜੀ ਹੈ ਇਹਨਾਂ ਦੇ ਵਿੱਚੋਂ? ਤਾਂ ਆਨਸਰ ਆਊਗਾ ਕੰਟਿਊਸ਼ਨ। ਕੰਟਿਊਸ਼ਨ ਮਾਸਪੇਸ਼ੀਆਂ ਦੀ ਸੱਟ ਹੈ। ਨੈਕਸਟ ਹੈ ਅੰਨ੍ਹਿਆਂ ਦੇ ਉਦਯੋਗਿਕ ਘਰ ਡੈਸ਼ ਵਿੱਚ ਹਨ। ਅੰਨ੍ਹਿਆਂ ਦੇ ਲਈ ਉਦਯੋਗਿਕ ਘਰ ਕਿੱਥੇ ਨੇ? ਤਾਂ ਮੁੰਬਈ। ਨੈਕਸਟ ਹੈ ਡੈਸ਼ ਸਥਾਨ ਬਦਲ ਵਿੱਚ ਪਹਿਲਾਂ ਤੋਂ ਸਿੱਖੀ ਕਿਰਿਆ ਕਿਸੇ ਦੂਜੀ ਕਿਰਿਆ ਨੂੰ ਸਿੱਖਣ ਵਿੱਚ ਸਹਾਇਤਾ ਕਰਦੀ ਹੈ, ਤਾਂ ਉਹਨੂੰ ਕਹਾਂਗੇ ਸਕਾਰਾਤਮਕ। ਅੱਗੇ ਈਡੀ ਭਾਗ ਆੜੇ ਭਾਗ 'ਚ ਨੇ ਕੁਐਸਚਨਸ, ਇਹਨਾਂ ਨੂੰ ਆਪਾਂ ਬਾਅਦ 'ਚੋਂ ਕਰਦੇ ਹਾਂ। ਪਹਿਲਾਂ ਆਪਾਂ ਨੈਕਸਟ ਮਾਡਲ ਟੈਸਟ ਪਰ ਕਰਦੇ ਹਾਂ। ਹਾਂਜੀ, ਕਿਸ ਪ੍ਰਕਾਰ ਦੇ ਗਰਮਾਉਣ ਦੀ ਖੇਡਾਂ ਵਿੱਚ ਅਹਿਮ ਭੂਮਿਕਾ? ਕਿਸ ਪ੍ਰਕਾਰ ਦੇ ਗਰਮਾਉਂਦੀ? ਤਾਂ ਦੋਨਾਂ ਦੀ, ਆਮ ਗਰਮਾਉਣਾ, ਖਾਸ ਗਰਮਾਉਣਾ। ਅਤੇ ਅੱਗੇ ਹੈ DPR ਡਿਪਲੋਮਾ ਕਰਨ ਦੀ ਯੋਗਤਾ ਕੀ ਹੈ? ਤਾਂ DPR ਡਿਪਲੋਮਾ ਕਰਨ ਦੀ ਯੋਗਤਾ ਹੈਗੀ ਹੈ ਜਿਹੜੀ ਕਿ ਇਹਦੇ ਵਿੱਚੋਂ +2 DPED। ਅੱਗੇ ਹੇਠ ਲਿਖੇ ਵਿੱਚੋਂ ਮੋਚ ਦੇ ਲੱਛਣ ਕਿਹੜੇ ਨੇ? ਤਾਂ ਉਪਰੋਕਤ ਸਾਰੇ ਆ ਜਾਣਗੇ। ਚੋਟ ਵਾਲੀ ਥਾਂ 'ਤੇ ਦਰਦ ਮਹਿਸੂਸ ਹੋਣਾ, ਸੋਜ ਆ ਜਾਣੀ, ਮੋਚ ਵਾਲੀ ਥਾਂ ਨੂੰ ਛੂਹਣ 'ਤੇ ਦਰਦ ਹੁੰਦਾ। ਅਤੇ ਆਨਸਰ ਆ ਗਿਆ ਉਪਰੋਕਤ ਸਾਰੇ। ਹੇਠ ਲਿਖੇ ਵੱਖ-ਵੱਖ ਧੂੜ ਕਾਰਕਾਂ ਵਿੱਚ ਕਿਹੜੇ ਕਾਰਕ ਰੋਗਾਂ ਦਾ ਕਾਰਨ ਬਣਦਾ? ਤਾਂ ਉਪਰੋਕਤ ਸਾਰੇ ਆ ਜਾਊਗਾ। ਕੋਲੇ ਦੀ ਧੂੜ, ਕਿੱਤਾ, ਸਮਰੱਥਾ, ਸਿਲਿਕਾ ਧੂੜ, ਤਾਂ ਉਪਰੋਕਤ ਸਾਰੇ ਆ ਜਾਣਗੇ। ਨੈਕਸਟ ਹੈ ਕਿਸ ਸਾਲ ਦੇ ਵਿੱਚ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੁੰਦੀਆਂ? ਤਾਂ 1896 ਦੇ ਵਿੱਚ। ਅਤੇ ਲਚਕ ਦੀਆਂ ਕਿਸਮਾਂ ਆ ਗਈਆਂ 2। ਲਿਬਰਿੰਗ ਡਾਊਨ ਕੀ ਹੋ ਗਿਆ? ਠੰਡਾ ਕਰਨਾ। ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਕਿਆ ਹੋ ਗਿਆ? ਸਿੱਖਿਆ ਮੰਤਰੀ। ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ। ਐਂਥ੍ਰੋਕੋਸਿਸ ਕੋਲੇ ਦੇ ਕਣਾਂ ਦਾ ਫੇਫੜਿਆਂ ਵਿੱਚ ਜੰਮ ਜਾਣਾ।
ਅੱਗੇ ਹੈਗਾ ਸਰੀਰਕ ਪ੍ਰਦਰਸ਼ਨ ਵਿੱਚ ਆਹਾਰ ਭੂਮਿਕਾ ਨਿਭਾਉਂਦਾ ਸਰੀਰਕ ਯੋਗਤਾ ਦੇ ਸੱਤਰ ਨੂੰ ਬਣਾਏ ਰੱਖਣ ਦੇ ਵਿੱਚ, ਠੀਕ ਹੈ। BPED ਡਿਪਲੋਮਾ ਕਰਨ ਲਈ ਗ੍ਰੈਜੂਏਸ਼ਨ ਤੋਂ ਬਾਅਦ 2 ਸਾਲ ਦਾ ਕੋਰਸ ਹੁੰਦਾ ਤਾਂ ਠੀਕ ਹੈ। ਰਗੜ ਵਿੱਚ ਜ਼ਖਮ ਵਾਲੀ ਥਾਂ 'ਤੇ ਖੂਨ ਨਿਕਲਦਾ ਤਾਂ ਠੀਕ ਹੈ। ਅਤੇ ਕਿਸੇ ਸੱਟ ਜਾਂ ਬਿਮਾਰੀ ਦੇ ਨਾਲ ਆਏ ਸਰੀਰਕ ਵਿਗਾੜ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਠੀਕ ਹੈ। ਸਮਾਜ ਸ਼ਾਸਤਰ ਮਨ ਦਾ ਵਿਗਿਆਨ ਹੈ ਤਾਂ ਇਹ ਗਲਤ ਹੈ, ਕਿਉਂਕਿ ਮਨ ਦਾ ਜਾਂ ਆਤਮਾ ਦਾ ਵਿਗਿਆਨ ਨਹੀਂ, ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ। ਸਮਾਜ ਸ਼ਾਸਤਰ ਕਿਸ ਦਾ ਵਿਗਿਆਨ ਹੈ? ਸਮਾਜ ਦਾ ਵਿਗਿਆਨ ਹੈ, ਸਮਾਜ ਦਾ ਅਧਿਐਨ ਹੈ। ਮਨ ਜਾਂ ਆਤਮਾ ਦਾ ਵਿਗਿਆਨ ਹੁੰਦਾ ਮਨੋਵਿਗਿਆਨ। ਇੱਥੇ ਪੁੱਛਿਆ ਸਮਾਜ ਸ਼ਾਸਤਰ। ਅਤੇ ਅੱਗੇ ਖਾਲਿਸਤਾਨ ਸਰਕਟ ਟ੍ਰੇਨਿੰਗ ਵਿਧੀ ਨੂੰ ਕਦੋਂ ਸ਼ੁਰੂ ਕੀਤਾ ਗਿਆ? ਤਾਂ ਇਹਨੂੰ ਸ਼ੁਰੂ ਕੀਤਾ ਗਿਆ 1953 'ਚ। ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਨੂੰ ਡੈਸ਼ ਵਿੱਚ ਸ਼ੁਰੂ ਕੀਤਾ ਗਿਆ ਤਾਂ 1956-57 ਦੇ ਵਿੱਚ। ਅੱਗੇ ਖੇਡਦੇ ਸਮੇਂ ਜਾਂ ਸਰੀਰਕ ਕਸਰਤਾਂ ਕਰਦੇ ਸਮੇਂ ਲੱਗਣ ਵਾਲੇ ਸੱਟਾਂ ਨੂੰ ਆਪਾਂ ਕਿਹੜੇ ਕਹਾਂਗੇ? ਖੇਡ ਸੱਟਾਂ। ਖੇਡ ਸੱਟਾਂ। ਅੱਗੇ ਹੈਗਾ ਡੈਸ਼ ਸੰਸਥਾ ਬੌਲਿਆਂ ਲਈ ਕੰਮ ਕਰਦੀ ਹੈ ਤਾਂ ਇਹਦੇ ਵਿੱਚ ਆ ਜਾਊਗਾ ਹੈਦਰਾਬਾਦ ਦੇ ਵਿੱਚ ਜਿਹੜੀ ਸੰਸਥਾ। ਤਾਂ ਸੰਸਥਾ ਹੈਗੀ ਨੈਸ਼ਨਲ ਸੈਂਟਰ ਫੋਰ ਡੈਫ। ਨੈਸ਼ਨਲ ਸੈਂਟਰ ਫੋਰ ਡੈਫ। ਅਤੇ ਅੱਗੇ ਹੈ ਕਿਸੇ ਵੀ ਕਿਰਿਆ ਨੂੰ ਕਰਨ ਲਈ ਨਿਪੁੰਨਤਾ ਹਾਸਲ ਕਰਨ ਲਈ ਉਸਦਾ ਰੋਜ਼ਾਨਾ ਡੈਸ਼ ਅਤੇ ਜ਼ਰੂਰੀ ਹੈ ਤਾਂ ਅਭਿਆਸ। ਅੱਗੇ ਕੁਐਸਚਨ ਆ ਗਏ, ਇਹਨਾਂ ਦੇ ਆਨਸਰ ਬਾਅਦ 'ਚੋਂ ਕਰਾਂਗੇ। ਹਾਂਜੀ, ਕਾਮਨੀ ਸਕੂਲ ਕਿਸ ਸ਼ਹਿਰ ਵਿੱਚ ਸਥਿਤ ਹੈ ਤਾਂ ਪੂਨੇ ਦੇ ਵਿੱਚ ਹੈ। ਅੱਗੇ ਹੈਗਾ ਮੋਚ ਕਿਸ ਦੀ ਸੱਟ ਹੈ ਤਾਂ ਮੋਚ ਹੈਗੀ ਆ ਜਿਹੜੀ ਕਿ ਇਹਦੇ ਵਿੱਚੋਂ ਆ ਜਾਊਗਾ ਮੋਚ ਹੱਡੀਆਂ ਦੀ, ਜੋੜਾਂ ਦੀ, ਹੱਡੀਆਂ ਜੋੜਾਂ ਦੀ। ਅਤੇ ਅੱਗੇ ਹੈ DPED ਡਿਪਲੋਮਾ ਕਰਨ ਦੀ ਕੀ ਯੋਗਤਾ? ਤਾਂ DPED ਡਿਪਲੋਮਾ ਕਰਨ ਦੀ ਯੋਗਤਾ +2। ਨੈਕਸਟ ਹੈ ਵਿਸਥਾਰ ਵਿਧੀ ਵਿੱਚ ਖਿਡਾਰੀ ਕਿੰਨੇ ਪ੍ਰਤੀਸ਼ਤ ਗਤੀ ਨਾਲ ਕੰਮ ਕਰਦਾ ਹੈ ਤਾਂ 60 ਤੋਂ 80%। 60 ਤੋਂ 80। ਸਥਿਰ ਤਾਕਤ ਨੂੰ ਕਿਸ ਨਾਲ ਮਾਪਿਆ ਜਾਂਦਾ ਹੈ ਤਾਂ ਨਾਪਿਆ ਜਾਂਦਾ ਹੈ ਡਾਇਨੋਮੀਟਰ। ਡਾਇਨੋਮੀਟਰ ਸਥਿਰ ਤਾਕਤ। ਅਤੇ ਸਥਿਰ ਤਾਕਤ ਨੂੰ ਆਈਸੋਮੀਟ੍ਰਿਕ ਕਹਿੰਦੇ ਨੇ, ਆਈਸੋਮੀਟ੍ਰਿਕ ਸਥਿਰ ਤਾਕਤ ਨੂੰ। ਅਤੇ ਗਤੀਸ਼ੀਲ ਤਾਕਤ ਨੂੰ ਕਹਿੰਦੇ ਨੇ ਆਈਸੋਟੋਨਿਕ। ਅੱਗੇ ਹੈ ਮੈਚਿੰਗ ਮੇਜਰ ਧਿਆਨ ਚੰਦ ਹਾਕੀ ਖਿਡਾਰੀ। ਸਖਤ ਤੰਤੂਆਂ ਦੀ ਸੱਟ ਆ ਜੂਗੀ ਤਾਂ ਸਖਤ ਤੰਤੂਆਂ ਦੀ ਸੱਟ ਦੇ ਵਿੱਚ ਆ ਜੂਗਾ ਜਿਹੜੀ ਕਿ ਹੱਡੀ ਦਾ ਟੁੱਟਣਾ। ਕਾਮਨੀ ਸਕੂਲ ਪੂਨੇ ਦੇ ਵਿੱਚ। ਸਿੰਗਮੰਡ ਫਾਊਂਡ ਮਨੋਵਿਗਿਆਨ ਦਾ ਪਿਤਾ। ਅਤੇ ਆਈਸੋਟੋਨਿਕ ਕਸਰਤ ਆ ਭਰੀ ਬਾਲਟੀ ਚੁੱਕਣਾ ਜਾਂ ਝੂਲਾ ਝੂਲਣਾ। ਨੈਕਸਟ ਹੈ ਸੱਟਾ ਲੱਗਣਾ ਖੇਡ ਦਾ ਹਿੱਸਾ ਨਹੀਂ ਹੈ ਤਾਂ ਗਲਤ ਹੈ, ਬਲਕਿ ਹਿੱਸਾ ਹੈ। ਯੂਨਾਨੀਆਂ ਵੱਲੋਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ ਸ਼ਹਿਰ ਦੇ ਵਿੱਚ ਐਥਨਸ ਦੇ ਵਿੱਚ 1776 ਈਸਵੀ ਲਿਖਿਆ ਹੋਇਆ, ਈਸਵੀ ਉਹ BC ਹੈ ਅਤੇ ਫਾਲਸ ਹੈ। 1776 ਈਸਵੀ ਲਿਖ ਰੱਖਿਆ, ਉਹ BC ਹੈ। 1776 BC ਦੇ ਵਿੱਚ ਦੇਖੋ 776 BC ਹੈ, ਉੱਥੇ ਈਸਵੀ ਲਿਖ ਰੱਖਿਆ ਤਾਂ ਇਹ ਫਾਲਸ। ਅੱਗੇ ਹੈ WHO ਦਾ ਪੂਰਾ ਨਾਮ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਠੀਕ ਹੈ। ਮੁਕਾਬਲੇ ਤੋਂ ਪਹਿਲਾਂ ਸਿਖਲਾਈ ਸਮੇਂ ਖਿਡਾਰੀ ਵਿੱਚ ਸਰੀਰਕ ਗੁਣਾਂ ਦਾ ਵਿਕਾਸ ਕੀਤਾ ਜਾਂਦਾ ਤਾਂ ਠੀਕ ਹੈ। ਅਤੇ ਨੈਕਸਟ ਹੈਗਾ ਅੱਗੇ ਪੰਜਾਬ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ ਜਾਂਦਾ ਤਾਂ ਠੀਕ ਹੈ ਇਹ, ਠੀਕ ਹੈ। ਨੈਕਸਟ ਹੈ ਖਾਲਿਸਤਾਨ ਦਰੋਣਾਚਾਰਿਆ ਅਵਾਰਡ ਕੋਚਾਂ ਨੂੰ ਦਿੱਤਾ ਜਾਂਦਾ। ਸਕਰਮਕ ਗਰਮਾਉਣਾ ਡੈਸ਼ ਪ੍ਰਕਾਰ ਦਾ ਹੁੰਦਾ ਤਾਂ ਸਕਰਮਕ ਗਰਮਾਉਣਾ ਜਿਹੜੇ ਕਿ ਇਹ 2 ਪ੍ਰਕਾਰ ਦਾ ਹੋ ਜੂਗਾ, 2 ਪ੍ਰਕਾਰ ਦਾ। ਦੇਖੋ ਸਕਰਮਕ ਭਾਵ ਕਿ ਕਿਰਿਆਸ਼ੀਲ ਗਰਮਾਉਣਾ, ਠੀਕ ਹੈ। ਸਕਰਮਕ ਇਹਦੇ ਵਿੱਚ 2 ਤਰੀਕੇ ਦਾ ਆ ਗਿਆ, ਆਮ ਗਰਮਾਉਣਾ ਅਤੇ ਖਾਸ ਗਰਮਾਉਣਾ। ਅੱਗੇ ਹੈ ਖੇਡਾਂ ਦੁਨੀਆ ਵਿੱਚ ਮੁੱਖ ਤੌਰ 'ਤੇ ਡੈਸ਼ ਪ੍ਰਕਾਰ ਦੇ ਤਾਲਮੇਲ ਦੀ ਯੋਗਤਾ ਪਾਈ ਜਾਂਦੀ ਹੈ। ਡੈਸ਼ ਪ੍ਰਕਾਰ ਦੇ ਤਾਲਮੇਲ ਦੀ ਤਾਂ 7 ਪ੍ਰਕਾਰ ਦੇ ਤਾਲਮੇਲ ਦੀ ਯੋਗਤਾ ਪਾਈ ਜਾਂਦੀ ਹੈ। ਅੱਗੇ ਹੈਗਾ ਜਦੋਂ ਵਿਅਕਤੀ ਦੀ ਕਿਸੇ ਸਿੱਖੀ ਹੋਈ ਕਿਰਿਆ ਦਾ ਪ੍ਰਭਾਵ ਦੂਜੀ ਸਿੱਖਿਆ ਦੇ ਵਿੱਚ ਪ੍ਰਤੱਖ ਦਿਸੇ ਤਾਂ ਉਹਨੂੰ ਆਪਾਂ ਕਹਾਂਗੇ ਸਕਾਰਾਤਮਕ। ਅੱਗੇ ਹੈਗਾ ਡੈਸ਼ ਵਿੱਚ ਰੀੜ੍ਹ ਦੀ ਹੱਡੀ ਇੱਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ਤਾਂ ਸਕੋਲੋਸਿਸ। ਅੱਗੇ ਭਾਗੜੇ ਦੇ ਵਿੱਚ ਕੁਐਸਚਨ ਆ ਗਏ, ਇਹਨਾਂ ਨੂੰ ਆਪਾਂ ਬਾਅਦ 'ਚੋਂ ਕਰਾਂਗੇ। ਹਾਂਜੀ, ਨੈਕਸਟ ਮਾਡਲ ਟੈਸਟ ਪੇਪਰ ਹੈ ਰਗੜ ਵਿੱਚ ਚਮੜੀ ਦਾ ਕਿਹੜਾ ਹਿੱਸਾ ਛਿੱਲਿਆ ਜਾਂਦਾ? ਅਤੇ ਇਹਦੇ ਵਿੱਚ ਆ ਜਾਊਗਾ ਉੱਪਰਲਾ।
ਅੱਗੇ ਹੈ ਬੈਚਲਰ ਆਫ ਕੋਰਸ ਕਿੰਨੇ ਸਮੇਂ ਦਾ ਹੁੰਦਾ। ਬੈਚਲਰ ਆਫ ਕੋਰਸ ਤਾਂ ਬੈਚਲਰ ਆਫ ਕੋਰਸ ਹੈ ਜਿਹੜੇ ਕਿ ਇਹ 3 ਸਾਲ ਦਾ ਹੁੰਦਾ 12ਵੀਂ ਤੋਂ ਬਾਅਦ। ਨੈਕਸਟ ਹੈ ਅੰਤਰਾਲ ਸਿਖਲਾਈ ਦੌਰਾਨ ਖਿਡਾਰੀ ਨੂੰ ਕਿਸ ਹਾਲਤ ਵਿੱਚ ਰੱਖਿਆ ਜਾਂਦਾ। ਤਾਂ ਅੰਤਰਾਲ ਸਿਖਲਾਈ ਦੇ ਦੌਰਾਨ ਖਿਡਾਰੀ ਨੂੰ ਕਿਸ ਹਾਲਤ ਵਿੱਚ ਰੱਖਿਆ ਜਾਂਦਾ ਅਤੇ ਇਹਦੇ ਵਿੱਚ ਆ ਜਾਊਗਾ ਆਕਸੀਜਨ ਰਿਣ। ਆਕਸੀਜਨ ਰਿਣ। ਨੈਕਸਟ ਹੈ ਚੁਸਤ ਲਚਕ ਤੋਂ ਵੱਧ ਹੁੰਦੀ ਹੈ, ਵਧੇਰੇ ਵੱਧ ਹੁੰਦੀ ਹੈ। ਅੱਗੇ ਜਦੋਂ ਪਿਛਲੀਆਂ ਸਿੱਖਿਆ ਉਹਨਾਂ ਨਵੇਂ ਸਿੱਖਣ ਦੇ ਵਿੱਚ ਮਦਦ ਕਰਦਾ ਉਹਨੂੰ ਸਕਾਰਾਤਮਕ ਸਥਾਨਾਂਤਰਣ। ਨੈਕਸਟ ਹੈ ਮੈਚਿੰਗ ਹਿੰਦ ਕੁਸ਼ਟ ਨਿਵਾਰਣ ਸੰਘ। ਤਾਂ ਹਿੰਦ ਕੁਸ਼ਟ ਨਿਵਾਰਣ ਸੰਘ ਇਹਦੇ ਵਿੱਚੋਂ ਜਿਹੜੀ ਕਿ ਮੈਚਿੰਗ ਆ ਜਾਊਗਾ 1950 ਦੇ ਵਿੱਚ ਸ਼ੁਰੂਆਤ ਕੀਤੀ ਗਈ ਸੀ ਨਵੀਂ ਦਿੱਲੀ ਦੇ ਵਿੱਚ ਕੋੜੀਆਂ ਦੇ ਲਈ। ਆਧੁਨਿਕ ਓਲੰਪਿਕ ਖੇਡਾਂ ਦਾ ਜਨਮਦਾਤਾ ਵੈਰਨ ਡੀ ਕੁੰਬਰਟਨ। ਅਤੇ ਸਰਕਟ ਸਿਖਲਾਈ ਵਿੱਚ ਹਰੇਕ ਸਟੇਸ਼ਨ ਦਾ ਸਮਾਂ 30 ਤੋਂ 45 ਸੈਕਿੰਡ, ਜਿਹਦੇ ਵਿੱਚ 6 ਤੋਂ 10 ਤੱਕ ਇਹ ਸਟੇਸ਼ਨ ਹੁੰਦੇ ਨੇ, 6 ਤੋਂ 10 ਤੱਕ ਕਸਰਤਾਂ ਹੁੰਦੀਆਂ ਨੇ। ਅੰਤਰਾਲ ਸਿਖਲਾਈ ਦੇ ਵਿੱਚ ਸਹਿਣਸ਼ੀਲਤਾ ਵਿੱਚ ਵਾਧਾ ਹੁੰਦਾ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰੋਫੀ ਦੀ ਸ਼ੁਰੂਆਤ ਇੱਥੇ ਆਪਸ਼ਨ ਗਲਤ ਦੇ ਰੱਖੀ 1985 ਨਹੀਂ ਹੈਗਾ, 1956-57 ਹੋਣਾ ਚਾਹੀਦਾ ਸੀ। 1985 'ਚ ਤਾਂ ਜਿਹੜੇ ਕਿ ਦਰੋਣਾਚਾਰੀ ਅਵਾਰਡ ਆ। ਨੈਕਸਟ ਹੈਗਾ ਖੇਡਾਂ ਊਰਜਾ ਨੂੰ ਸਹੀ ਤਰੀਕੇ ਨਾਲ ਪ੍ਰਵਾਹਿਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ। ਠੀਕ ਹੈ। ਕਾਈਸੋਫੋਸਿਸ ਵਿੱਚ ਸਰੀਰ ਦੀ ਰੀੜ੍ਹ ਦੀ ਹੱਡੀ ਦਾ ਅਸਰ ਪੈਂਦਾ। ਠੀਕ ਹੈ। ਹੱਡੀ ਦਾ ਟੁੱਟਣਾ ਸਖਤ ਸੱਟ ਹੈ। ਠੀਕ ਹੈ। ਖੇਡ ਦਿਵਸ 30 ਅਗਸਤ ਨੂੰ ਮਨਾਇਆ ਜਾਂਦਾ, ਗਲਤ ਹੈ, ਬਲਕਿ 29 ਅਗਸਤ ਨੂੰ ਮਨਾਇਆ ਜਾਂਦਾ। ਅਤੇ ਠੰਡਾ ਕਰਨ ਨਾਲ ਸਰੀਰ ਦਾ ਤਾਪਮਾਨ ਆਮ ਹੋ ਜਾਂਦਾ। ਠੀਕ ਹੈ। ਡੈਸ਼ ਦੇ ਅੱਗੇ ਡੈਸ਼ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਆ। ਅਤੇ ਇਹਦੇ ਵਿੱਚ ਆ ਜਾਊਗਾ ਖਿਡਾਰੀ। ਅੱਗੇ ਡੈਸ਼ ਹਮੇਸ਼ਾ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ। ਤਾਂ ਜਦੋਂ ਆਪਾਂ ਨਸ਼ੇ ਵਗੈਰਾ 'ਚ ਕੁਛ ਵੀ ਇਹ ਚੀਜ਼ ਕਰਾਂਗੇ ਤਾਂ ਇਹਦੇ ਨਾਲ ਤੰਦਰੁਸਤੀ ਜਿਹੜੀ ਕਿ ਘੱਟ ਜਾਊਗੀ। ਜੇ ਆਪਾਂ ਓਵਰਲੋਡ ਵਰਕ ਕਰ ਲਾਂਗੇ। ਅੱਗੇ ਸਿੱਖਣ ਦੀ ਪ੍ਰਕਿਰਿਆ ਬੜੀ ਗੁੰਝਲਦਾਰ ਪ੍ਰਕਿਰਿਆ, ਜਿਸ ਨੂੰ ਸਰਲ ਬਣਾਉਣ ਲਈ ਡੈਸ਼ ਲਾਹੇਵੰਦ ਹੈ। ਤਾਂ ਇਸ ਨੂੰ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਕੀ ਜ਼ਰੂਰੀ ਹੈ। ਅਭਿਆਸ। ਭਾਰਤੀ ਰੈੱਡ ਕਰਾਸ ਸੁਸਾਇਟੀ 1920। ਅਤੇ ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ ਦੀ ਮਿਆਦ ਕਿੰਨੀ ਹੈ। 2 ਸਾਲ। ਨੈਕਸਟ ਹੈ ਹਾਂਜੀ ਅੱਗੇ ਕੁਐਸਚਨਸ ਆ ਗਏ ਹੁਣ। ਤਾਂ ਕੁਐਸਚਨਾਂ ਦੇ ਵਿੱਚ ਪਹਿਲਾਂ ਆਪਾਂ ਸਭ ਤੋਂ ਸਸਤੇ ਭਾਗ ਵਾਲੇ ਕੁਐਸਚਨ ਦੇਖਾਂਗੇ ਸਾਰਿਆਂ ਦੇ 5-5 ਅੰਕਾਂ ਵਾਲੇ। ਹਾਂਜੀ ਖੇਡ ਕਿੱਤੇ ਅਤੇ ਖੇਡ ਅਵਾਰਡ ਵਾਲੇ ਦੀ ਮਹੱਤਤਾ ਕੀ ਆਪਣੇ ਖੇਡ ਅਵਾਰਡ ਬਾਰੇ ਕਰ ਲਿਆ। ਅਤੇ ਹਾਂਜੀ ਆਪਾਂ ਇਹ ਕਰਦੇ ਹਾਂ ਕਿਸ਼ੋਰ ਅਵਸਥਾ ਦੇ ਸਮੱਸਿਆਵਾਂ। ਪਹਿਲਾਂ ਆਪਾਂ ਕੁਐਸਚਨ ਦੇਖਾਂ ਫਿਰ ਸਿੱਧੇ ਆਨਸਰ। ਖੇਡ ਸਿਖਲਾਈ ਦੇ ਕਿਹੜੇ ਉਦੇਸ਼ ਨੇ ਕਿ ਖੇਡ ਸੱਟਾਂ ਦੀਆਂ ਕਿਸਮਾਂ। ਹਾਂਜੀ ਖੇਡ ਸੱਟਾਂ ਦੀਆਂ ਕਿਸਮਾਂ ਦੇਖੋ। ਸੱਟ ਲੱਗਣ ਦੇ ਕਾਰਨ ਜਿਹੜੇ ਕਿ ਤਾਂ ਸੱਟਾਂ ਲੱਗਣ ਦੇ ਕਾਰਨ ਕਿਹੜੇ 3 ਭਾਗ ਹੁੰਦੇ ਨੇ ਇਹਦੇ ਵਿੱਚ। ਤਾਂ 3 ਭਾਗ ਕਿਹੜੇ ਨੇ। ਪ੍ਰਤੱਖ ਸੱਟਾਂ, ਅਪ੍ਰਤੱਖ ਸੱਟਾਂ ਅਤੇ ਵੱਧ ਜਾਂ ਦਬਾਅ ਦੇ ਕਾਰਨ ਸੱਟਾਂ। ਅਤੇ ਇੱਕ ਤੰਤੂਆਂ ਦੇ ਆਧਾਰ 'ਤੇ ਸੱਟਾਂ, ਮਤਲਬ ਕਿ 2 ਆਧਾਰ 'ਤੇ ਜਿਹੜੇ ਕਿ ਵੰਡ ਹੁੰਦੇ ਆ। ਤੰਤੂਆਂ ਦੇ ਆਧਾਰ 'ਤੇ ਸੱਟਾਂ, ਨਾਜ਼ੁਕ ਤੰਤੂ ਦੀਆਂ ਸੱਟਾਂ ਅਤੇ ਸਖਤ ਤੰਤੂ ਦੀਆਂ ਸੱਟਾਂ। ਮੈਂ ਜਸਟ ਸ਼ੋਅ ਕਰੂੰਗੀ, ਹੁਣ ਸਮਝਾਊਂਗੀ ਨਹੀਂ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜੂਗੀ। ਖੇਡ ਸਿਖਲਾਈ ਦੇ ਉਦੇਸ਼, ਜਿਹੜਾ ਕੁਐਸਚਨ ਟਫ ਹੋਊਗਾ ਆਪਾਂ ਸਮਝਾਵਾਂਗੇ। ਖੇਡ ਸਿਖਲਾਈ ਦੇ ਉਦੇਸ਼ ਸਰੀਰਕ ਢਾਂਚੇ ਨੂੰ ਸਹੀ ਕਰਨਾ। ਬੇਸ਼ੱਕ ਵੰਸ਼ੀ ਗੁਣਾਂ 'ਤੇ ਨਿਰਭਰ ਕਰਦਾ, ਫਿਰ ਵੀ ਜਿਹੜੇ ਕਿ ਆਪਾਂ ਮਤਲਬ ਕਿ ਖੇਡ ਸਿਖਲਾਈ ਦੇ ਦੌਰਾਨ ਇਹ ਤਰੁੱਟੀਆਂ ਨੂੰ ਦੂਰ ਕਰਨ ਦੀ ਯੋਗਤਾ ਆਪਾਂ ਸੁਧਾਰ ਸਕਦੇ ਇਹਨਾਂ ਨੂੰ। ਅਤੇ ਸਰੀਰਕ ਯੋਗਤਾ, ਜਿਹੜੇ 5 ਤੱਤ ਨੇ ਇਹਨਾਂ ਦੇ ਵਿੱਚ ਖੇਡ ਸਿਖਲਾਈ ਦੇ ਇਹਨਾਂ ਵਿੱਚ ਸੁਧਾਰ ਕਰਨਾ ਸਰੀਰਕ ਸਿੱਖਿਆ ਦਾ ਉਦੇਸ਼ ਹੁੰਦਾ। ਤਕਨੀਕੀ ਮੁਹਾਰਤ ਹਾਸਲ ਕਰਨਾ, ਟੈਕਨੀਕਲ ਸਕਿੱਲ ਅਤੇ ਤਕਨੀਕੀ ਕੁਸ਼ਲਤਾ, ਟੈਕਟਫੁਲੀ ਐਫੀਸ਼ੀਐਂਸੀ। ਖੇਡ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਖਿਡਾਰੀ ਨੂੰ ਤੇਜ਼ ਤਰਾਰ ਹੋਣਾ, ਜਾਂ ਦੂਸਰੇ ਸ਼ਬਦਾਂ ਵਿੱਚ ਕਹਿੰਦੇ ਚੁਸਤ ਚਲਾਕ ਹੋਣਾ ਜ਼ਰੂਰੀ ਹੈ। ਅਤੇ ਇਹ ਚੀਜ਼ ਇਹਦੇ ਵਿੱਚ ਸਿਖਾਈ ਜਾਂਦੀ ਹੈ। ਅਤੇ ਸਮੁੱਚੀ ਸ਼ਖਸੀਅਤ ਦਾ ਵਿਕਾਸ ਹੁੰਦਾ ਇਹਦੇ ਵਿੱਚ। ਤਾਂ ਅੱਗੇ ਹੈ ਕਿਸ਼ੋਰਾਂ ਦੀਆਂ ਸਮੱਸਿਆਵਾਂ। ਕਿਸ਼ੋਰ ਭਾਵ ਕਿ ਤੁਸੀਂ ਲਗਾ ਸਕਦੇ ਹੋ ਕਿ 17-18 ਸਾਲ, 14 ਤੋਂ ਲੈ ਕੇ 17-18 ਸਾਲ ਤੱਕ ਦੇ ਬੱਚਿਆਂ ਦੇ ਵਿੱਚ ਕਿਹੜੇ ਸਮੱਸਿਆਵਾਂ ਹੁੰਦੀਆਂ ਨੇ, ਕਿਹੜੇ ਪ੍ਰੋਬਲਮਸ ਹੁੰਦੇ ਨੇ। ਆਜ਼ਾਦੀ ਦੀ ਇੱਛਾ, ਉਹਨਾਂ ਨੂੰ ਐਂ ਹੁੰਦਾ ਵੀ ਸਾਡੇ 'ਤੇ ਕੋਈ ਕੰਟਰੋਲ ਨਾ ਕਰੇ, ਉਹਨਾਂ ਨੂੰ ਆਜ਼ਾਦ ਹੋਣਾ ਚਾਹੁੰਦੇ ਹੁੰਦੇ ਨੇ ਉਹ। ਆਜ਼ਾਦੀ ਦੀ ਇੱਛਾ ਅਤੇ ਵਿਵਹਾਰ ਸੰਬੰਧੀ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਚਿੜਚਿੜਾਪਣ, ਬੇਚੈਨੀ, ਬਗਾਵਤ, ਇਹ ਚੀਜ਼ਾਂ ਆ ਜਾਂਦੀਆਂ ਨੇ। ਅਤੇ ਸਰੀਰਕ ਵਿਕਾਸ ਸੰਬੰਧੀ ਸਮੱਸਿਆਵਾਂ ਆ ਜਾਂਦੀਆਂ ਨੇ, ਚੇਂਜਸ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਭਵਿੱਖ ਦੀ ਚਿੰਤਾ ਉਹਨਾਂ ਨੂੰ ਹੋ ਜਾਂਦੀ ਹੈ। ਅਤੇ ਆਤਮ ਨਿਰਭਰ, ਇਹ ਵੀ ਸਮੱਸਿਆ ਆ ਜਾਂਦੀ ਹੈ।
ਤੇ ਪਰਿਵਾਰ ਤੇ ਸਮਾਜ ਦੇ ਨਾਲ ਤਾਲਮੇਲ ਦੀ ਕਮੀ ਹੋ ਜਾਂਦੀ, ਕਿਉਂਕਿ ਉਹ ਆਪਣੇ ਪੀਰ ਗਰੁੱਪ ਦੇ ਵਿੱਚ ਜ਼ਿਆਦਾ ਰਹਿਣ ਲੱਗ ਜਾਂਦੇ ਨੇ, ਮਤਲਬ ਕਿ ਫਰੈਂਡ ਸਰਕਲ ਦੇ ਵਿੱਚ। ਤੇ ਵਾਧੂ ਸ਼ਕਤੀ ਦੀ ਸਹੀ ਵਰਤੋਂ ਨਾ ਹੋਣਾ, ਜਿਹੜੀ ਉਹਨਾਂ ਦੇ ਵਿੱਚ ਵਾਧੂ ਸ਼ਕਤੀ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਉਹਨੂੰ ਯੂਜ਼ ਨਹੀਂ ਕਰ ਪਾਉਂਦੇ। ਇਹਨਾਂ ਦੀਆਂ ਸਮੱਸਿਆਵਾਂ ਆ ਗਈਆਂ। ਹਾਂਜੀ, ਅੱਗੇ ਹੈਗੇ ਨੇ ਸਰੀਰਕ ਯੋਗਦਾਨ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ। ਤੇ ਅੰਤਰਾਲ ਸਿਖਲਾਈ ਵਿਧੀ ਤੇ ਮੁੜ ਵਸੇਵਾ ਤੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖੇਡ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕਿਹੜੇ ਅਵਾਰਡ ਦਿੱਤੇ ਜਾਂਦੇ ਨੇ। ਅਵਾਰਡ ਬਾਰੇ ਤਾਂ ਆਪਾਂ ਟੋਟਲ ਡਿਸਕਸ ਕਰ ਚੁੱਕੇ ਹਾਂ। ਹਾਂਜੀ, ਮੁੜ ਵਸੇਵਾ ਭਾਵ ਕਿ ਪੁਨਰਵਾਸ। ਪਹਿਲਾਂ ਮੁੜ ਵਸੇਵੇ ਦਾ ਅਰਥ ਤੇ ਇਹਦੀ ਉਤਪਤੀ ਅੰਗਰੇਜ਼ੀ ਦੇ ਦੋ ਸ਼ਬਦਾਂ ਜਿਹੜੇ ਕਿ ਰੀਹੈਬਿਟਿਆ ਤੋਂ ਮਿਲਿਆ, ਦੇ ਸ਼ਬਦਾਂ ਦੇ ਮੇਲ ਤੋਂ ਬਣਿਆ। ਰੀਹੈਬਿਟ ਦਾ ਅਰਥ ਦੁਬਾਰਾ, ਹੈਬਿਟ ਦਾ ਅਰਥ ਯੋਗਤਾ, ਦੁਬਾਰਾ ਯੋਗਤਾ ਹਾਸਲ ਕਰਨਾ, ਦੁਬਾਰਾ ਸਮਰੱਥਾ ਹਾਸਲ ਕਰਨਾ, ਭਾਵ ਕਿਸੇ ਅਪੰਗ ਜਾਂ ਸਮਰੱਥ ਵਿਅਕਤੀ ਨੂੰ ਹੋਰ ਸਹੂਲਤਾਂ ਦੇ ਕੇ ਜੀਵਨ ਜਿਉਣ ਯੋਗ ਬਣਾਉਣਾ, ਜਿਵੇਂ ਡਾਕਟਰੀ ਸਹੂਲਤਾਂ, ਮਾਲੀ ਸਹਾਇਤਾ ਅਤੇ ਨੌਕਰੀ ਆਦਿ ਦੇ ਕੇ। ਤੇ ਅੱਗੇ ਦੀ ਪਰਿਭਾਸ਼ਾ, ਦੈਨ ਉਸ ਤੋਂ ਬਾਅਦ ਮੁੜ ਵਸੇਵੇ ਦਾ ਖੇਤਰ ਤੇ ਭਾਰਤ ਪੁਨਰ ਕੌਂਸਲ 1993 ਦੇ ਵਿੱਚ ਹੋਂਦ ਦੇ ਵਿੱਚ ਆਈ ਹੈ। ਤੇ 1995 ਦਾ ਐਕਟ ਮੁੜ ਵਸੇਵੇ ਦੇ ਵਿੱਚ ਕਿਹੜੇ ਖੇਤਰ ਨੇ। ਮੈਡੀਕਲ ਮੁੜ ਵਸੇਵਾ, ਕਿੱਤਾ ਮੁਖੀ ਮੁੜ ਵਸੇਵਾ, ਸਮਾਜਿਕ ਪੁਨਰਵਾਸ, ਮਨੋਵਿਗਿਆਨਿਕ ਪੁਨਰਵਾਸ। ਸੰਸਥਾਵਾਂ ਕਿਹੜੇ ਨੇ ਜਿੰਨੀਆਂ ਕਿ ਯਾਦ ਹੋ ਸਕਣ। ਸਰੀਰਕ ਯੋਗਦਾਨ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ, ਕਿਹੜੀ ਚੀਜ਼ਾਂ ਆਪਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਤਾਂ ਇਹਦੇ ਵਿੱਚੋਂ ਹੈਰੀਡਿਟੀ, ਵੰਸ਼ਿਕ ਗੁਣ, ਜਿਹੜੇ ਆਪਾਂ ਨੂੰ ਵੰਸ਼ ਤੋਂ, ਮਾਤਾ ਪਿਤਾ ਤੋਂ ਮਿਲੇ ਹੋਏ ਹੁੰਦੇ ਨੇ ਜੀਨਸ, ਉਹ ਪ੍ਰਭਾਵਿਤ ਕਰਦੇ ਨੇ ਕੁਦਰਤੀ ਤੌਰ 'ਤੇ। ਤੇ ਸਿਖਲਾਈ ਵਿਧੀ, ਟ੍ਰੇਨਿੰਗ ਜਿਹੜੀ ਕਿ ਖਿਡਾਰੀ ਦਿੱਤੇ ਜਾਂਦੇ ਸਿਖਲਾਈ, ਉਹਦੀ ਸਰੀਰਕ ਯੋਗਦਾਨ ਪ੍ਰਭਾਵਿਤ ਕਰਦੀ ਹੈ। ਤੇ ਪਹਿਲਾਂ ਤਾਂ ਇਹ ਦੇਖੋ ਯਾਦ ਕਿ ਸਰੀਰਕ ਯੋਗਤਾ ਹੁੰਦੀ ਕੀ ਹੈ। ਤਾਂ ਸਰੀਰਕ ਯੋਗਤਾ ਦਾ ਭਾਵ ਰੋਜ਼ਾਨਾ ਆਪਣੇ ਕੰਮਾਂ ਨੂੰ ਬਿਨਾਂ ਥਕਾਵਟ ਦੇ ਨੇਪਰੇ ਚਾੜਨਾ ਦਾ ਕੰਮ ਕਰਨ ਤੋਂ ਬਾਅਦ ਵੀ ਅਚਾਨਕ ਘਟਨਾ ਜੇ ਕੋਈ ਵਾਪਰ ਜਾਏ, ਉਹਨੂੰ ਆਪਾਂ ਸਾਹਮਣਾ ਕਰਨ ਦੀ ਸਮਰੱਥਾ ਹੁੰਦੀ ਹੈ ਆਪਣੇ ਸਰੀਰ ਦੇ ਵਿੱਚ। ਤੇ ਨਿਯਮਿਤ ਕਸਰਤਾਂ, ਰੈਗੂਲਰ ਕਸਰਤਾਂ ਕਰਾਂਗੇ। ਜਲਵਾਯੂ, ਵਾਤਾਵਰਨ, ਠੀਕ ਹੈ, ਜਲਵਾਯੂ ਇਹ ਪ੍ਰਭਾਵਿਤ ਕਰਦਾ। ਤੇ ਖੁਰਾਕ ਆਪਣੀ ਕਿਵੇਂ ਦੀ ਆਪਾਂ ਖੁਰਾਕ ਲੈ ਰਹੇ ਹਾਂ, ਕੀ ਡਾਈਟ ਕਰ ਰਹੇ ਹਾਂ, ਉਹਦੇ ਨਾਲ ਵੀ ਪ੍ਰਭਾਵਿਤ ਹੁੰਦਾ ਸਰੀਰਕ ਯੋਗਤਾ। ਉਮਰ, ਲਿੰਗ ਦੇ ਨਾਲ ਵਿਅਕਤੀਗਤ ਅੰਤਰ, ਮੁੰਡੇ ਕੁੜੀ ਦੇ ਵਿੱਚ ਜਿਵੇਂ ਹੁੰਦਾ ਥੋੜ੍ਹਾ ਡਿਫਰੈਂਸ ਲੜਕੇ ਤੇ ਲੜਕੀ ਦੀ ਸਿਖਲਾਈ ਦੇ ਵਿੱਚ। ਤੇ ਵਿਗਿਆਨਿਕ ਸਿਖਲਾਈ, ਸਾਇੰਟੀਫਿਕ ਜਿਹੜੀ ਟ੍ਰੇਨਿੰਗ ਹੈ, ਤੇ ਉਚਿਤ ਉਪਕਰਨ, ਕਿੱਟ ਵਗੈਰਾ। ਹਾਂਜੀ, ਅੰਤਰਾਲ ਵਿਧੀ, ਖੇਡ ਖੇਤਰ ਦੇ ਵਿੱਚ ਸਹਿਣਸ਼ੀਲਤਾ ਦਾ ਅਹਿਮ ਯੋਗਦਾਨ ਹੁੰਦਾ। ਸਹਿਣਸ਼ੀਲਤਾ ਨੂੰ ਵਧਾਉਣ ਲਈ ਅੰਤਰਾਲ ਵਿਧੀ ਸਭ ਤੋਂ ਵਧੀਆ ਵਿਧੀ ਆ, ਸਹਿਣਸ਼ੀਲਤਾ ਨੂੰ ਵਧਾਉਣ ਲਈ। ਤੇ ਇੱਕ ਅੰਤਰਾਲ ਤੋਂ ਭਾਵ ਕੀ ਹੈ ਵੀ 2 ਕੰਮਾਂ ਦੇ ਵਿਚਲਾ ਸਮਾਂ। ਇਸ ਪ੍ਰਕਾਰ ਅੰਤਰਾਲ ਸਿਖਲਾਈ ਵਿਧੀ ਦੇ ਵਿੱਚ ਟ੍ਰੇਨਿੰਗ ਦੇ ਵਿਚਕਾਰ ਦਿੱਤੇ ਜਾਣ ਵਾਲੇ ਅੰਤਰਾਲ ਦੇ ਸਿਧਾਂਤ ਉੱਤੇ ਡਿਪੈਂਡ ਕਰਦੀ ਹੈ। ਭਾਵ ਕਿ ਇਹਦੇ ਵਿੱਚ ਵੀ ਜੇ ਕੋਈ ਇਹਦੇ ਵਿੱਚ ਜੇ ਆਪਾਂ ਮੰਨ ਲਓ ਸਪੋਜ਼ ਕੋਈ ਲੰਬੀ ਦੌੜ ਆ, ਤਾਂ ਉਹਨੂੰ ਆਪਾਂ ਵੱਖ-ਵੱਖ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਕਰਾਂਗੇ, ਤਾਂ ਥੋੜ੍ਹੇ ਹਿੱਸਿਆਂ ਵਿੱਚ ਵੰਡ ਕੇ ਕਰਨਾ ਚਾਹੀਦਾ, ਤਾਂ ਉਹ ਠੀਕ ਰਹੂਗੀ। ਤਾਂ ਇਹਦਾ ਫਿਨਲੈਂਡ ਦੇ ਕੋਚ ਬਿਕਲਾ ਤੇ ਲੰਬੀ ਦੂਰੀ ਤੋਂ ਦੌੜਾਕ ਜੈਟ ਪੋਇਕਨੇ ਦੀ ਸਿਖਲਾਈ ਦੀ ਵਰਤੋਂ ਦੀ ਸਥਿਤੀ ਸਿੱਧ ਕੀਤੀ ਹੈ। ਤੇ ਇਹਦੇ ਵਿੱਚ ਸਿਖਲਾਈ ਭਾਰ ਅਤੇ ਮੁੜ ਪ੍ਰਾਪਤੀ ਦੇ ਸਿਧਾਂਤ 'ਤੇ ਡਿਪੈਂਡ ਕਰਦੀ ਹੈ। ਇਹ ਵਿੱਚੋਂ ਯਾਦ ਕਰ ਲੈਣਾ। ਤੇ ਇਹਦੇ ਵਿੱਚ ਖਿਡਾਰੀਆਂ ਨੂੰ ਪੂਰੀ ਸਿਖਲਾਈ ਦੌਰਾਨ ਆਕਸੀਜਨ ਰਿਣ ਦੀ ਹਾਲਤ ਵਿੱਚ ਕੰਮ ਨੂੰ ਜਾਰੀ ਰੱਖਣਾ ਪੈਂਦਾ। ਤੇ ਇਸ ਦੇ ਵਿੱਚ ਗਹਿਣ ਵਿਧੀ, 2 ਵਿਧੀਆਂ ਹੁੰਦੀਆਂ ਨੇ, ਵਿਸਥਾਰ ਵਿਧੀ, ਫਿਰ ਅੱਗੇ ਇਹਦੇ ਲਾਭ ਲਿਖ ਲੈਣੇ ਨੇ। ਅੱਗੇ ਸਰੀਰਕ ਯੋਗਤਾ ਦੇ ਅੰਗ ਕਿਹੜੇ ਨੇ। ਰਾਸ਼ਟਰੀ ਏਕੀਕਰਨ ਦੇ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ। ਮਾਨਸਿਕ ਸਰੀਰਕ ਤਣਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ। ਤੇ ਖੇਡ ਸਿਖਲਾਈ ਦੇ ਕਿਹੜੇ ਸਿਧਾਂਤ ਨੇ। ਤਾਂ ਸਰੀਰਕ ਯੋਗਤਾ ਦੇ 5 ਅੰਗ ਨੇ। ਤਾਂ ਤਾਕਤ, ਕਿਸੇ ਪ੍ਰਤੀਰੋਧ ਦੇ ਵਿਰੁੱਧ ਕੀਤੇ ਗਏ ਕੰਮ ਨੂੰ ਤਾਕਤ ਕਹਿੰਦੇ ਨੇ। ਤੇ ਤਾਕਤ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਮਾਸਪੇਸ਼ੀਆਂ ਦੇ ਮੁਕਾਬਲੇ ਕਰਨ ਦੀ ਸਮਰੱਥਾ ਨੂੰ ਤਾਕਤ ਕਹਿੰਦੇ ਨੇ, ਮਾਸਪੇਸ਼ੀਆਂ ਦੀ ਮੁਕਾਬਲਾ ਕਰਨ ਦੀ ਸਮਰੱਥਾ ਨੂੰ। ਤੇ ਸਰੀਰ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਹਲਕੇ ਜਾਂ ਭਾਰੇ ਕੰਮ ਦੀ ਤਾਕਤ ਦੀ ਜ਼ਰੂਰਤ ਹੁੰਦੀ ਹੈ। ਤੇ ਅੱਗੇ ਇਹਦੇ ਵਿੱਚ 3 ਪ੍ਰਕਾਰ ਦੀ ਵੱਧ ਤੋਂ ਵੱਧ ਤਾਕਤ, ਵਿਸਫੋਟਕ ਤਾਕਤ, ਸਹਿਣਸ਼ੀਲਤਾ। ਤੇ ਇਹ ਹੁੰਦੀ ਕੀ ਹੈ, ਕਦੋਂ ਜ਼ਰੂਰਤ ਪੈਂਦੀ ਹੈ ਯਾਦ ਕਰਨਾ, ਜਿਵੇਂ ਭਾਰ ਚੁੱਕਣਾ, ਗੋਲਾ ਕੁਸ਼ਤੀ, ਗੋਲਾ ਸੁੱਟਣਾ, ਜਿਮਨਾਸਟਿਕ ਦੇ ਵੱਧ ਤੋਂ ਵੱਧ ਤਾਕਤ ਦੀ ਜ਼ਰੂਰਤ ਹੁੰਦੀ ਹੈ। ਵਿਸਫੋਟਕ ਤਾਕਤ ਤੇ ਤਾਕਤ, ਸਹਿਣਸ਼ੀਲਤਾ। ਫਿਰ ਗਤੀ, ਠੀਕ ਹੈ, ਗਤੀ 5 ਪ੍ਰਕਾਰ ਦੀ ਹੋ ਗਈ। 5 ਯੋਗਤਾਵਾਂ, ਪ੍ਰਤੀਕਿਰਿਆ ਦਾ ਸਮਾਂ, ਸੰਚਾਲਨ ਵੇਗ, ਗਤੀ ਯੋਗਤਾ, ਇੰਜਨ ਯੋਗਤਾ, ਜਿਹਨੂੰ ਲੋਕੋਮੋਟਰ ਯੋਗਤਾ ਵੀ ਕਹਿੰਦੇ ਨੇ, ਗਤੀ, ਸਹਿਣਸ਼ੀਲਤਾ। ਤੇ ਅੱਗੇ ਸਹਿਣਸ਼ੀਲਤਾ 3 ਪ੍ਰਕਾਰ ਦੀ ਹੋ ਗਈ। ਥਕਾਵਟ ਦੀ ਹਾਲਤ ਦੇ ਵਿੱਚ ਵੀ ਕੰਮ ਨੂੰ ਜਾਰੀ ਰੱਖਣਾ ਹੁੰਦੀ ਹੈ ਸਹਿਣਸ਼ੀਲਤਾ। ਤੇ ਮੱਧ ਸਮੇਂ ਦੀ ਸਹਿਣਸ਼ੀਲਤਾ, ਲੰਬੇ ਸਮੇਂ ਦੀ ਸਹਿਣਸ਼ੀਲਤਾ, ਲਚਕ,
ਸਰੀਰ ਦੇ ਜੋੜਾਂ ਨੂੰ ਵੱਧ ਤੋਂ ਵੱਧ ਮੋੜਨ ਦੀ ਯੋਗਤਾ ਨੂੰ ਆਪਾਂ ਲਚਕ ਕਹਿੰਦੇ ਹਾਂ। ਚੁਸਤ ਅਤੇ ਸੁਸਤ ਦੋ ਪ੍ਰਕਾਰ ਦੀ ਹੋਊਗੀ। ਤਾਲਮੇਲ। ਅੱਗੇ ਖੇਡ ਸਿਖਲਾਈ ਦੇ ਸਿਧਾਂਤ, ਤਾਂ ਇਹਦੇ ਵਿੱਚ ਆ ਜਾਊਗਾ ਨਿਰੰਤਰਤਾ ਦਾ ਸਿਧਾਂਤ, ਵਾਧੂ ਭਾਰ ਦਾ ਸਿਧਾਂਤ ਅਤੇ ਇਕਸਾਰਤਾ ਦੇ ਵਖਰੇਵੇਂ ਦਾ ਸਿਧਾਂਤ ਅਤੇ ਵਿਗਿਆਨਿਕ ਅਤੇ ਵਿਸ਼ਿਸ਼ਟ ਸਿਖਲਾਈ ਦਾ ਸਿਧਾਂਤ ਅਤੇ ਅੱਗੇ ਹੈਗਾ ਆਰਾਮ ਦਾ ਸਿਧਾਂਤ। ਰਾਸ਼ਟਰੀ ਏਕੀਕਰਨ ਦੇ ਵਿੱਚ ਖੇਡਾਂ ਦਾ ਯੋਗਦਾਨ, ਤਾਂ ਇਹਦੇ ਵਿੱਚੋਂ ਆ ਜਾਊਗਾ ਨੈਤਿਕ ਕਦਰਾਂ ਕੀਮਤਾਂ, ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ, ਜਾਤ ਪਾਤ ਅਤੇ ਧਰਮ ਦੇ ਭੇਦਭਾਵ ਤੋਂ ਦੂਰ ਹੁੰਦਾ ਅਤੇ ਭਾਸ਼ਾਵਾਦ ਅਤੇ ਖੇਤਰਵਾਦ ਤੋਂ ਦੂਰ ਹੋ ਗਿਆ। ਅਗਵਾਈ ਦਾ ਵਿਕਾਸ ਹੁੰਦਾ ਇਹਦੇ ਵਿੱਚ, ਲੀਡਰਸ਼ਿਪ ਦਾ, ਅਤੇ ਸਾਹਸ ਦੀ ਭਾਵਨਾ ਦਾ ਵਿਕਾਸ ਹੁੰਦਾ ਅਤੇ ਸੰਵੇਗਾਂ 'ਤੇ ਕੰਟਰੋਲ ਹੁੰਦਾ ਅਤੇ ਪਰਿਸਥਿਤੀਆਂ ਦਾ ਬੇਕਾਬੂ ਸਾਹਮਣਾ ਹੁੰਦਾ। ਅੱਗੇ ਸਰੀਰਕ ਯੋਗਤਾ ਦੇ ਕਿਹੜੇ ਕਿਹੜੇ ਅੰਗ ਨੇ, ਇਹ ਆਪਣਾ ਹੋ ਗਿਆ ਡਿਸਕਸ। ਮੁੱਢ ਵਸੇਵੇ ਵਾਲਾ ਵੀ ਹੋ ਗਿਆ ਵੀ ਕਿਹੜੇ ਕਿਹੜੇ ਸੰਸਥਾਵਾਂ ਨੇ। ਹੁਣ ਵਿਦਿਅਕ ਅਦਾਰਾ, ਮਿੱਤਰ ਮੰਡਲ, ਅਗਵਾਈ ਦਾ, ਉਚਿਤ ਖੇਡਾਂ, ਇਹਨਾਂ ਦਾ ਨੋਟ ਲਿਖਣਾ ਅਤੇ ਮੁੱਢ ਵਸੇਵੇ ਵਿੱਚ ਯੋਗਦਾਨ ਵਾਲੇ ਸੰਸਥਾਵਾਂ 'ਤੇ ਫਿਰ ਦੁਬਾਰਾ ਪੁੱਛ ਲਿਆ। ਇਹ ਵਿਦਿਅਕ ਅਦਾਰਾ ਵਗੈਰਾ ਵਿਅਕਤੀ ਦੇ ਮਨੁੱਖੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਸੰਸਥਾਵਾਂ ਦੇ ਵਿੱਚੋਂ ਪੁੱਛ ਲਿਆ ਵਿਦਿਅਕ ਅਦਾਰਾ। ਠੀਕ ਹੈ, ਵਿਦਿਅਕ ਅਦਾਰਾ ਭਾਵ ਕਿ ਸਕੂਲ, ਅਤੇ ਅੱਗੇ ਮਿੱਤਰ ਮੰਡਲੀ, ਪੀਅਰ ਗਰੁੱਪ ਆਪਣਾ। ਅੱਗੇ ਹੈ ਅਗਵਾਈ ਦਾ ਵਿਕਾਸ, ਅਗਵਾਈ ਦਾ ਵਿਕਾਸ ਨੋਟ ਪੁੱਛ ਲਏ, ਅਗਵਾਈ ਦਾ ਵਿਕਾਸ। ਉਚਿਤ ਖੇਡਾਂ ਦੀ ਚੋਣ, ਨੈਕਸਟ ਹੈ ਸਰੀਰਕ ਯੋਗਤਾ ਦਾ ਅਰਥ ਦੱਸ ਦੀ ਪਰਿਭਾਸ਼ਾ ਦੇਣੀ ਆ। ਤਾਂ ਖੇਡਾਂ ਦੇ ਕਿਹੜੇ ਕਿਹੜੇ ਸਮਾਜਿਕ ਗੁਣ, ਸਮਾਜਿਕ ਭਾਵਨਾ, ਕਿਸ਼ੋਰਾਂ ਦੀ ਸਮੱਸਿਆਵਾਂ ਆਪਣਾ ਹੋਵੇਗਾ। ਹਾਂਜੀ, ਖੇਡਾਂ ਰਾਹੀਂ ਕਿਹੜੇ ਕਿਹੜੇ ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ, ਆਪਸੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ, ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ, ਸਮਾਜਿਕ ਮੇਲ ਜੋਲ ਵੱਧਦਾ ਅਤੇ ਹੀਨ ਭਾਵਨਾ ਤੋਂ ਮੁਕਤੀ ਮਿਲਦੀ ਹੈ ਕਿਉਂਕਿ ਉੱਥੇ ਖਿਡਾਰੀ ਸਾਰਿਆਂ ਨੂੰ ਬਰਾਬਰੀ ਦੇ ਮੌਕੇ ਹੁੰਦੇ ਨੇ, ਅਤੇ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਮੁਕਤੀ ਮਿਲਦੀ ਹੈ ਅਤੇ ਨਫ਼ਰਤ ਖਤਮ ਹੁੰਦੀ ਹੈ, ਬਿਹੇਵੀਅਰ ਦੇ ਵਿੱਚ ਚੇਂਜਸ ਆਉਂਦੇ ਨੇ। ਬਾਕੀ ਇਹ ਵਾਲੇ ਪੁਆਇੰਟ ਤੁਸੀਂ ਆਪਣੇ ਕੋਲੋਂ ਵੀ ਬਣਾ ਸਕਦੇ ਹੁੰਦੇ ਹੋ। ਹਾਂਜੀ, ਅੱਗੇ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਕਿਹੜੇ ਨੇ ਅਤੇ ਅਵਾਰਡ ਪੁੱਛ ਲਏ। ਰਾਸ਼ਟਰੀ ਏਕਤਾ ਵਿੱਚ ਖੇਡਾਂ, ਰਾਸ਼ਟਰੀ ਏਕਤਾ ਭਾਵ ਕਿ ਰਾਸ਼ਟਰੀ ਏਕੀਕਰਨ ਵਿੱਚ ਖੇਡਾਂ ਦਾ ਕੀ ਯੋਗਦਾਨ ਆਪਣੇ ਕਰ ਲਿਆ। ਮਨੋਵਿਗਿਆਨ ਦਾ ਕੀ ਅਰਥ ਹੈ, ਇਹਨਾਂ ਦਾ ਕੀ ਮਹੱਤਵ ਇਹ ਕਰਦੇ ਹੁਣ। ਮਨੋਵਿਗਿਆਨ ਹੈ ਜਿਹੜੀ ਕਿ ਸਾਈਕੋਲੋਜੀ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਸਾਈਕੋਲੋਜੀ ਸਾਈਕੋ ਪਲੱਸ ਲੋਗੋਸ ਦੇ ਮੇਲ ਤੋਂ ਬਣਿਆ। ਸਾਈਕੋ ਤੇ ਭਾਵ ਹੈ ਮਨ, ਅਤੇ ਲੋਗੋਸ ਦਾ ਅਰਥ ਹੈ ਵਿਗਿਆਨ, ਤਾਂ ਮਨ ਦਾ ਵਿਗਿਆਨ ਭਾਵ ਕਿ ਆਤਮਾ ਦਾ ਵਿਗਿਆਨ। ਅਤੇ ਇਹਦੇ ਵਿੱਚ ਖੇਡਾਂ ਦੇ ਵਿੱਚ ਮਨੋਵਿਗਿਆਨ ਦਾ ਕੀ ਮਹੱਤਵ ਹੈ। ਸਟੱਡੀ ਆਫ ਬਿਹੇਵੀਅਰ, ਬੱਚੇ ਦੇ ਬਿਹੇਵੀਅਰ ਦਾ ਅਧਿਐਨ ਕਰ ਸਕਦੇ ਆਪਾਂ। ਵਿਅਕਤੀਗਤ ਭਿੰਨਤਾ ਦਾ ਆਪਾਂ ਨੂੰ ਗਿਆਨ ਮਿਲਦਾ ਵੀ ਵਿਅਕਤੀਗਤ ਤੌਰ 'ਤੇ ਕਿਵੇਂ ਬੱਚੇ ਭਿੰਨ ਨੇ ਇੱਕ ਦੂਜੇ ਨਾਲੋਂ, ਅਤੇ ਸਿੱਖਣ ਦੇ ਵਿੱਚ ਸਹਾਇਤਾ ਮਿਲਦੀ ਹੈ। ਅੱਗੇ ਹੈ ਉਚਿਤ ਖੇਡ ਦੀ ਚੋਣ ਹੁੰਦੀ ਹੈ, ਵਿਕਾਸ ਦੀਆਂ ਵੱਖ ਵੱਖ ਅਵਸਥਾਵਾਂ ਦਾ ਗਿਆਨ ਹੁੰਦਾ ਹੈ, ਮਨੋਵਿਗਿਆਨਿਕ ਤਿਆਰੀ ਹੁੰਦੀ ਹੈ। ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਵੰਸ਼ਿਕ ਗੁਣ ਆਪਣਾ ਹੋਏਗਾ ਡਿਸਕਸ ਪਹਿਲਾਂ। ਸਿਖਲਾਈ ਵਿਧੀ, ਨਿਯਮਿਤ ਕਸਰਤਾਂ, ਜਲਵਾਯੂ ਅਤੇ ਖੁਰਾਕ, ਲਿੰਗ, ਉਮਰ, ਵਿਅਕਤੀਗਤ ਅੰਤਰ, ਵਿਗਿਆਨਿਕ ਸਿਖਲਾਈ, ਬਚਾਅ ਉਪਕਰਨਾਂ ਦੀ ਵਰਤੋਂ। ਹਾਂਜੀ, ਅੱਗੇ ਹੈਗੇ ਨੇ ਜਿਵੇਂ 2 ਮਾਰਕਸ ਵਾਲੇ ਔਰ ਗਤੀ ਅਤੇ ਤਾਕਤ ਕੀ। ਹੁਣ ਆਪਾਂ ਸ਼ਾਰਟ ਦੇ ਵਿੱਚ ਪੜ੍ਹੇ, ਜਿਹੜਾ ਆਪਾਂ ਸ਼ਾਰਟ ਨੇ ਜਿਹੜੇ ਇਹ ਲੌਂਗ ਦੇ ਵਿੱਚੋਂ ਨਿਕਲ ਜਾਂਦੇ ਨੇ। ਗਤੀ ਅਤੇ ਤਾਕਤ ਕੀ ਆਪਾਂ ਨੇ ਕੀਤਾ ਹੀ। ਹੁਣ ਗਤੀ ਕਿੰਨੇ ਪ੍ਰਕਾਰ ਦੀ, ਤਾਕਤ ਕੀ ਹੈ। ਅੰਤਰਾਲ ਵਿਧੀ ਦਾ ਕੀ ਮਕਸਦ ਹੈ। ਫਿਜ਼ੀਓਥੈਰੇਪਿਸਟ ਦਾ ਕੀ ਭੂਮਿਕਾ ਹੈ, ਇਹ ਆਪਾਂ ਕਰਵਾਉਂਦੇ ਹਾਂ। ਕੋਮਲ ਤੰਤੂ ਦੇ ਸੱਟਾਂ ਆਪਣੇ ਹੋਏ ਗਈਆਂ ਅਤੇ ਨਿਰੰਤਰ, ਤੇ ਵੀ ਸਿਧਾਂਤ ਆਪਾਂ ਨੂੰ ਵਿੱਚੋਂ ਨਿਕਲ ਗਿਆ। ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਅਵਾਰਡ ਵੀ ਵਿੱਚੋਂ ਹੀ ਆ ਗਿਆ। ਚੀਰਾ ਲੱਗਣ ਵਾਲੇ ਦੇਖਦੇ ਹਾਂ ਹੁਣ, ਭਾਰਤੀ ਰੈੱਡ ਕਰਾਸ ਸੁਸਾਇਟੀ ਇਹ ਦੇਖਦੇ ਹਾਂ। ਹਾਂਜੀ, ਦੇਖੋ ਇਹ ਸਿਧਾਂਤ ਆ ਗਏ। ਨਿਰੰਤਰ ਦਾ ਸਿਧਾਂਤ, ਵਾਧੂ ਭਾਰ ਦਾ ਸਿਧਾਂਤ। ਨਿਰੰਤਰ ਮਤਲਬ ਕਿ ਕੰਟੀਨਿਊ ਅਭਿਆਸ ਕਰਨਾ ਚਾਹੀਦਾ। ਵਾਧੂ ਭਾਰ ਮਤਲਬ ਕਿ ਜਿਸ ਤਰੀਕੇ ਦਾ ਜਿਹੜੇ ਕਿ ਵਿਅਕਤੀ ਦੀ ਯੋਗਤਾ ਉਸਦੇ ਅਕੋਰਡਿੰਗ ਆਪਾਂ ਨੂੰ ਉੱਤੇ ਭਾਰ ਦੇਣਾ ਚਾਹੀਦਾ। ਵੱਧ ਭਾਰ ਨਹੀਂ ਦੇਣਾ ਚਾਹੀਦਾ, ਕਿਉਂਕਿ ਜੇਕਰ ਵੱਧ ਭਾਰ ਦੇਵਾਂਗੇ ਤਾਂ ਉਹਦੇ ਨਾਲ ਉਹਦੀ ਜਿਹੜੀ ਕਿ ਥਕਾਵਟ ਦੀ ਹਾਲਤ ਦੇ ਵਿੱਚ ਆ ਜਾਊਗਾ ਅਤੇ ਉਹਨੂੰ ਸੱਟ ਲੱਗਣ ਦਾ ਡਰ ਰਹਿੰਦਾ। ਇਕਸਾਰਤਾ, ਸਾਰਿਆਂ ਦੇ ਵਿੱਚ ਜਿਹੜੇ ਕਿ ਇਕਸਾਰ ਦੇ ਨਾਲ ਸਿਖਲਾਈ ਦੇਣੀ ਚਾਹੀਦੀ ਹੈ। ਵਖਰੇਵਾਂ ਭਾਵ ਕਿ ਉਹਨੂੰ ਲਿੰਗ ਦੇ ਆਧਾਰ 'ਤੇ ਉਹਦੇ 'ਤੇ ਅੰਤਰ ਦੇਖਣਾ ਚਾਹੀਦਾ, ਉਮਰ ਦੇ ਆਧਾਰ 'ਤੇ, ਸਮਰੱਥਾ ਦੇ ਆਧਾਰ 'ਤੇ, ਵੀ ਵਿਅਕਤੀ ਦੀ ਕਿੰਨੀ ਏਜ ਆ, ਲੜਕੀ ਆ ਜਾਂ ਲੜਕਾ, ਉਹਦੇ ਅਕੋਰਡਿੰਗ ਸਿਖਲਾਈ ਅਤੇ ਉਹਦੀ ਸਮਰੱਥਾ ਦੇ ਅਕੋਰਡਿੰਗ। ਵਿਗਿਆਨਿਕ ਅਤੇ ਵਿਸ਼ਿਸ਼ਟ ਸਿਖਲਾਈ। ਅਤੇ ਅੱਗੇ ਹੈਗਾ ਆਰਾਮ ਦਾ ਸਿਧਾਂਤ, ਉਹਨੂੰ ਕੁਛ ਟਾਈਮ ਆਰਾਮ ਵੀ ਹੋਣਾ ਚਾਹੀਦਾ। ਹਾਂਜੀ, ਫਿਜ਼ੀਓਥੈਰੇਪਿਸਟ ਕੀ ਹੁੰਦੇ ਨੇ, ਚਿਕਿਤਸਾ ਵਾਲੇ ਹੁੰਦੇ ਨੇ। ਭੌਤਿਕ ਚਿਕਿਤਸਾ ਭਾਵ ਕਿ ਜਦੋਂ ਖਿਡਾਰੀ ਖੇਡ ਦੇ ਵਿੱਚ ਹਿੱਸਾ ਲਿਆ ਹੋਇਆ ਤਾਂ ਉਸ ਦੇ ਦੌਰਾਨ ਅਗਰ ਕੋਈ ਉਹਨੂੰ ਸੱਟ ਲੱਗਦੀ ਹੈ ਜਾਂ ਅਭਿਆਸ ਦੇ ਦੌਰਾਨ ਉਹਨੂੰ ਸੱਟ ਲੱਗਦੀ ਹੈ ਤਾਂ ਜਿਹੜੇ ਫਿਜ਼ੀਓਥੈਰੇਪਿਸਟ ਹੁੰਦੇ ਨੇ ਉਸੇ ਟਾਈਮ ਉਹਦਾ ਇਮੀਡੀਏਟਲੀ ਇਲਾਜ ਕਰ ਦਿੰਦੇ ਨੇ।
ਹੋ ਗਿਆ ਫਿਜ਼ੀਓਥੈਰੇਪਿਸਟ। ਅਤੇ ਬਤੌਰ ਖਿਡਾਰੀ ਕੀ ਹੈ, ਬਤੌਰ ਖੇਡ ਅਧਿਕਾਰੀ ਕੀ, ਇਹਨੂੰ ਰੀਡ ਕਰ ਲੈਣਾ। ਪੱਤਰਕਾਰੀ। ਵੈਸੇ ਸਾਰੇ ਪਹਿਲਾਂ ਆਪਾਂ ਮਾਡਲ ਟੈਸਟ ਪੇਪਰ ਸਾਰਿਆਂ 'ਚ ਇਕੱਲੇ 'ਚ ਸਮਝਾ ਕੇ ਕਰਵਾਏ ਹੋਏ ਨੇ ਪਹਿਲੇ 8 ਮਾਡਲ ਟੈਸਟ ਪੇਪਰ। ਖੇਡ ਸੱਟਾਂ ਦੀਆਂ ਕਿਸਮਾਂ। ਹਾਂਜੀ, ਕੋਮਲ ਤੰਤੂਆਂ ਦਾ ਆ ਜਾਂਦਾ ਕੰਟਿਊਸ਼ਨ। ਕੰਟਿਊਸ਼ਨ ਕੀ ਹੈ? ਮਾਸਪੇਸ਼ੀਆਂ ਦੀ ਸੱਟ ਹੈ ਇਹ। ਮਾਸਪੇਸ਼ੀ ਉੱਪਰ ਕਿਸੇ ਵਸਤੂ ਦੇ ਭਾਰੀ ਟਕਰਾਉਣ ਦੇ ਨਾਲ ਹੇਠਲੀ ਕੋਸ਼ਿਕਾਵਾਂ ਨੂੰ ਜਦ ਨੁਕਸਾਨ ਪਹੁੰਚਦਾ ਤਾਂ ਕੋਸ਼ਿਕਾਵਾਂ ਦੇ ਫਟਣ ਦੇ ਨਾਲ ਅੰਦਰੂਨੀ ਲਹੂ ਰਿਸਾਵ ਸ਼ੁਰੂ ਹੋ ਜਾਂਦੀ, ਜਿਸ ਕਾਰਨ ਖੇਤਰ ਜਿਹੜੇ ਕਿ ਪ੍ਰਭਾਵਿਤ ਖੇਤਰ ਨੀਲਾ ਹੋ ਜਾਂਦਾ, ਦਰਦ ਸ਼ੁਰੂ ਹੋ ਜਾਂਦਾ। ਕੰਟਿਊਸ਼ਨ ਅਤੇ ਇਹਦੇ ਸੱਟ ਦੇ ਲੱਛਣ ਮੁੱਢਲੀ ਸਹਾਇਤਾ ਸਿਮੀਲਰ ਜਿਹੇ ਪੁਆਇੰਟ ਹੋਣਗੇ ਹਰ ਇੱਕ 'ਚ। ਰਗੜ, ਵਿੰਨਿਆ ਹੋਇਆ ਜ਼ਖਮ, ਚੀਰਾ, ਮੋਚ। ਮੋਚ 3 ਪ੍ਰਕਾਰ ਦੇ। ਮੋਚ ਜੋੜਾਂ ਨਾਲ ਸੰਬੰਧਿਤ ਸੱਟ ਹੈ। ਮਾਮੂਲੀ ਮੋਚ, ਦਰਮਿਆਨੀ ਮੋਚ, ਸਖਤ ਮੋਚ। ਅਤੇ ਮੋਚ ਦਾ ਇਲਾਜ ਪ੍ਰਾਈਸ ਅਤੇ P ਫੋਰ ਪ੍ਰੋਟੈਕਸ਼ਨ ਬਚਾਅ, R ਫੋਰ ਰੈਸਟ ਆਰਾਮ, ਆਈਸ ਫੋਰ ਬਰਫ਼ ਅਤੇ ਕੰਪਰੈਸ਼ਨਸ ਦਬਾਅ, ਅੱਗੇ ਉੱਚਾ ਚੁੱਕਣਾ, ਖਿਚਾਅ। ਮਾਸਪੇਸ਼ੀਆਂ ਦੀ ਸੱਟ ਨੂੰ ਖਿਚਾਅ ਕਿਹਾ ਜਾਂਦਾ। ਅਤੇ ਸਖਤ ਤੰਤੂਆਂ ਦੇ ਵਿੱਚ ਹੱਡੀ ਦਾ ਉਤਰਨਾ ਆ ਜਾਊਗਾ, ਹੱਡੀ ਦਾ ਟੁੱਟਣਾ। ਇਲਾਜ ਸਿਮੀਲਰ ਜਿਹੇ ਪੁਆਇੰਟ ਆ ਜਾਂਦੇ ਨੇ। ਇੱਕ ਤਾਂ ਵੀ ਆਪਾਂ ਨੂੰ ਜਦ ਗੰਭੀਰ ਸੱਟ ਹੋਵੇ ਤਾਂ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ, ਪੱਟੀ ਬੰਨ੍ਹਣੀ ਚਾਹੀਦੀ। ਵੈਸੇ ਐਵੇਂ ਸਾਰੇ ਆ ਜਾਣਗੇ, ਸਿਮੀਲਰ ਜਿਹੇ ਪੁਆਇੰਟ ਆ ਜਾਂਦੇ ਨੇ। ਹੱਡੀ ਦਾ ਟੁੱਟਣਾ 7 ਕਿਸਮਾਂ ਹੁੰਦੀਆਂ ਨੇ ਹੱਡੀ ਦਾ ਟੁੱਟਣਾ। ਵੈਸੇ ਵੀ ਕੁਐਸਚਨ ਇੰਪੋਰਟੈਂਟ ਆ ਲੌਂਗ ਲਈ ਵੀ। ਸਾਰੀ ਟੁੱਟ, ਖੁੱਲ੍ਹੀ ਟੁੱਟ, ਬਹੁਖੰਡੀ ਟੁੱਟ ਕੀ ਹੁੰਦੀ ਹੈ, ਗੁੰਝਲਦਾਰ ਟੁੱਟ, ਕੱਚੀ ਟੁੱਟ, ਤਰੇੜ ਆਉਣਾ, ਦੱਬੀ ਹੋਈ ਟੁੱਟ। ਇਕੱਠੇ ਹੀ ਮੈਂ ਤੁਹਾਨੂੰ ਸ਼ੋਅ ਕਰ ਰਹੀ ਹਾਂ ਤਾਂ ਕਿ ਸਭ ਦੇ ਹੋ ਜਾਣ ਕਲੀਅਰ। ਅਤੇ ਸਥਾਈ ਅਤੇ ਸਥਾਈ ਯੋਗਤਾ। ਸਥਾਈ ਜਿਹੜੀ ਪਰਮਾਨੈਂਟਲੀ ਰਹਿੰਦੀ ਆ, ਅਸਥਾਈ ਜਿਹੜੀ ਕੁਛ ਸਮੇਂ ਬਾਅਦ ਹਟ ਸਕਦੀ ਹੈ ਅਗਰ ਡਾਕਟਰੀ ਇਲਾਜ ਸ਼ੁਰੂ ਹੋ ਜਾਵੇ। ਅਤੇ ਇਹਦੀਆਂ ਅਸਮਰੱਥਾ ਦੀਆਂ ਕਿਸਮਾਂ। ਕਿਰਿਆਤਮਕ, ਸੰਰਚਨਾਤਮਕ। ਕਿਰਿਆਤਮਕ ਭਾਵ ਕਿ ਜਦੋਂ ਮਾਸਪੇਸ਼ੀਆਂ, ਨਾੜੀਆਂ ਦੇ ਸਰੀਰ ਦੇ ਅੰਗਾਂ ਦੇ ਵਿੱਚ ਨੁਕਸ ਪੈ ਜਾਂਦਾ, ਜਿਵੇਂ ਉੱਚੀ ਸੁਣਨਾ, ਅੱਖਾਂ ਦੀ ਕੋਈ ਸਮੱਸਿਆ। ਅਤੇ ਸੰਰਚਨਾਤਮਕ ਜਦੋਂ ਸਰੀਰਕ ਢਾਂਚੇ ਦੇ ਵਿੱਚ ਕਮੀ ਹੋਣ ਕਰਕੇ ਆਪਾਂ ਕੰਮ ਨਹੀਂ ਕਰ ਪਾਉਂਦੇ। ਕੁੱਬਾਪਣ, ਖੁੱਬੇ ਹੋਏ ਲੱਕ, ਝੁਕੇ ਹੋਏ ਮੋਢੇ, ਪੀੜਤੇ ਹੋਏ ਗੋਡੇ। ਇੱਕ ਇਹਨਾਂ ਨੂੰ 2 ਮਾਰਕਸ ਲਈ ਯਾਦ ਰੱਖ ਲੈਣਾ। ਐਂਥਰੋਕੋਸਿਸ ਕੋਲੇ ਦੀਆਂ ਖਾਣਾਂ ਵਿੱਚ ਕੰਮ ਕਰਨ ਦੇ ਨਾਲ ਹੋ ਜਾਂਦਾ ਇਹ। ਸਿਲੀਕੋਸਿਸ ਫੇਫੜਿਆਂ ਨੂੰ ਬਿਮਾਰੀ ਲੱਗਦੀ ਹੈ। ਇਹ ਸਿਲਿਕਾ ਦੇ ਛੋਟੇ ਛੋਟੇ ਕਣ ਜਦੋਂ ਫੇਫੜਿਆਂ ਵਿੱਚ ਦਾਖਲ ਹੋ ਜਾਂਦੇ ਨੇ। ਅਤੇ ਇੱਟਾਂ ਭੱਠਿਆਂ ਦੇ ਕੰਮ ਕਰਨ ਦੇ ਨਾਲ ਹੋ ਜਾਂਦੇ, ਚੀਨੀ ਮਿੱਟੀ ਦੇ ਬਰਤਨਾਂ ਦੇ ਵਿੱਚ ਕੰਮ ਕਰਨ। ਸਾਈਂਡਰੋਸਿਸ ਲੋਹੇ ਦੇ ਉਦਯੋਗਾਂ ਵਿੱਚ ਕੰਮ ਕਰਨ ਦੇ ਨਾਲ ਹੋ ਜਾਂਦਾ ਇਹ। ਅਤੇ ਸ਼ੀਸ਼ੇ ਦਾ ਜ਼ਹਿਰ, ਇਹ ਬਿਮਾਰੀ ਸ਼ੀਸ਼ੇ ਦੇ ਅਤੇ ਰੰਗ ਰੋਗਨ ਦੇ ਉਦਯੋਗਾਂ ਦੇ ਵਿੱਚ ਕੰਮ ਕਰਨ ਦੇ ਨਾਲ ਹੋ ਜਾਂਦੀ ਹੈ। ਜਦੋਂ ਅੰਦਰ ਚਲੇ ਜਾਂਦੇ ਨੇ ਤਾਂ ਇਹਦੇ ਨਾਲ ਅਨੀਮੀਆ, ਸਿਰ ਦਰਦ, ਪੱਠਿਆਂ ਦਾ ਦਰਦ, ਅਧਰੰਗ, ਗੁਰਦਿਆਂ ਨਾਲ ਸੰਬੰਧਿਤ ਰੋਗ ਹੋ ਜਾਂਦੇ ਨੇ। ਕੈਂਸਰ ਅਤੇ ਦਮਾ। ਅਤੇ ਇਹ ਲੁੱਕ ਦਾ ਕੰਮ ਕਰਨ ਵਾਲੇ, ਐਕਸਰੇ, ਤੇਲ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ, ਥਿਨਰ ਦਾ ਕੰਮ ਕਰਨ ਵਾਲਿਆਂ ਦੇ ਵਿੱਚ ਹੋ ਜਾਂਦਾ ਕੈਂਸਰ ਅਤੇ ਦਮਾ। ਬੀਸੀਨੋਸਿਸ ਬਿਮਾਰੀ ਕੱਪੜੇ ਜਾਂ ਰੂੰ ਦੇ ਕਾਰਖਾਨੇ ਵਿੱਚ ਕੰਮ ਕਰਨ ਦੇ ਨਾਲ ਹੁੰਦੀ ਹੈ। ਦਮਾ, ਖਾਂਸੀ, ਐਲਰਜੀ ਅਤੇ ਖੇਤੀਬਾੜੀ ਨਾਲ ਸੰਬੰਧਿਤ ਰੋਗ। ਹਾਂਜੀ, ਨੈਕਸਟ ਮਾਡਲ ਟੈਸਟ ਪੇਪਰ 'ਚ ਆਏ ਹੋਏ ਨੇ, ਦੇਖੋ ਤੁਸੀਂ ਇਹ ਸਾਰੇ ਹੋਏਗੇ ਆਪਣੇ, ਸਾਰੇ ਤੁਹਾਨੂੰ ਸਮਝਾਏ ਦਿੱਤੇ। ਅਤੇ ਈੜੀ ਭਾਗ ਦੇ ਵਿੱਚ 3 ਅੰਕਾਂ ਵਾਲੇ ਨੇ, ਅੱਗੇ 2 ਅੰਕਾਂ ਵਾਲੇ। ਦੇਖੋ ਵਿਅਕਤੀਗਤ ਅੰਤਰਕ ਖਿਡਾਰੀ ਦੀ ਯੋਗਦਾਨ, ਖੇਡ ਸਿਖਲਾਈ ਦਾ ਉਦੇਸ਼, ਨਾਜ਼ੁਕ ਸੱਟਾਂ ਕਿਹੜੀਆਂ ਨੇ। 2 ਮਾਰਕਸ ਵਾਲੇ ਅਤੇ 3 ਵਾਲੇ ਵਿੱਚੋਂ ਨਿਕਲ ਜਾਂਦੇ ਨੇ। ਹਾਂਜੀ, LNIP 'ਤੇ ਨੋਟ। ਲਕਸ਼ਮੀ ਬਾਈ ਨੈਸ਼ਨਲ ਕਾਲਜ ਗਵਾਲੀਅਰ ਦੇ ਵਿੱਚ ਹੈ ਇਹ। ਰਾਜਕੁਮਾਰੀ ਅਮਰਤਾ ਕੌਰ ਕੋਚਿੰਗ ਸਕੀਮ। ਹਾਂਜੀ, ਅੱਗੇ ਭਾਗ ਐੜਾ ਤੇ ਈੜੀ ਦੇ ਵਿੱਚ ਇਹ ਵੀ ਸਾਰੇ ਆਪਣੇ ਸ਼ੋਅ ਕਰੇ ਦਿੱਤੇ ਤੁਹਾਨੂੰ ਆਨਸਰ। ਮਤਲਬ ਕਿ ਸਭ ਤੋਂ ਪਹਿਲਾਂ ਲੌਂਗ ਯਾਦ ਹੋਣਾ ਤਾਂ ਸ਼ਾਰਟ 2 ਔਰ 3 ਵਾਲੇ ਵਿੱਚੋਂ ਨਿਕਲ ਜਾਂਦੇ ਨੇ।